डॉक्टर रवि गर्ग डायरैक्टर पायनीयर इमीग्रेशन CICC मैंबर वालों साਰਿਆਂ ਨੂੰ नमस्कार सत श्री अकाल गुड मॉर्निंग। सब तो पहला गुड विशेज स्टूडेंट्स ਨੂੰ ਜਿਨ੍ਹਾਂ ਦੇ एग्जाम्स ਚੱਲਦੇ ਪਏ ਨੇ, बहुत मेहनत करते पे ने और जिंदगी ਅੱਗੇ ਬਣਾਉਣੀ ਹੈਗੀ। ਉਹਨਾਂ ਨੇ ਕਰੀਅਰ ਦਾ ਸਵਾਲ ਹੈਗਾ। ਇੰਡੀਆ ਦੇ ਵਿੱਚ ਵੀ ਅੱਗੇ ਐਡਮਿਸ਼ਨਸ ਲੈਣ ਵਾਸਤੇ ਵੀਜ਼ਾ ਲਗਵਾਉਣ ਵਾਸਤੇ ਵੀ ਨੰਬਰਾਂ ਦੀ ਜ਼ਰੂਰਤ ਹੈਗੀ। ਚੰਗੇ ਨੰਬਰ ਜਿੰਨੇ ਜ਼ਿਆਦਾ ਵਧੀਆ ਚੰਗੇ ਨੰਬਰ ਹੋਣਗੇ ਉਹਨਾਂ ਵੀਜ਼ਾ ਚਾਂਸਿਸ ਵੱਧ ਜਾਣਗੇ। ਬੈਂਡਸ ਦਾ ਨਹੀਂ ਚੱਕਰ। ਕਈ ਵਾਰੀ ਸਟੂਡੈਂਟਸ ਮੈਨੂੰ ਮਿਲਦੇ ਨੇ, ਕਹਿੰਦੇ ਨੇ ਕਿ ਜੀ 7 ਬੈਂਡ ਹੈਗੇ ਨੇ, 8 ਬੈਂਡ ਹੈਗੇ ਨੇ, ਵੀਜ਼ਾ ਤਾਂ ਲੱਗ ਹੀ ਜਾਣਾ। ਇੱਦਾਂ ਨਹੀਂ ਹੈਗਾ, ਨੰਬਰ ਵੀ ਚਾਹੀਦੇ ਹੋਣੇ ਨੇ। ਆਈਲੈਟਸ ਦਾ ਮਤਲਬ ਇਹ ਕਿ ਇੰਗਲਿਸ਼ ਤੁਹਾਡੀ ਚੰਗੀ ਹੈਗੀ। ਇੰਗਲਿਸ਼ ਦਾ ਲੈਵਲ ਚੈੱਕ ਕਰਨ ਵਾਸਤੇ ਆਈਲੈਟਸ ਦਾ ਟੈਸਟ। ਬਾਕੀ ਜਿਹੜਾ ਹੈਗਾ ਬੱਚਾ ਪੜ੍ਹ ਵੀ ਲਏਗਾ, ਸਟੱਡੀ ਦੇ ਵਿੱਚ ਕਿਸ ਤਰ੍ਹਾਂ ਹੈਗਾ, ਮਿਹਨਤੀ ਹੈਗਾ ਕਿ ਨਹੀਂ ਹੈਗਾ। ਬੜੀਆਂ ਚੀਜ਼ਾਂ ਜਿਹੜੀਆਂ ਮਾਰਕਸ DMCs ਦੇਖਦੇ ਹਾਂ ਅਸੀਂ, ਮੈਂ ਵੀ ਦੇਖਦਾ ਹੈਗਾ ਔਰ ਵੀਜ਼ਾ ਅਫੀਸਰਸ ਨੇ ਵੀ ਵੀਜ਼ਾ ਦੇਣ ਲੱਗੇ ਦੇਖਣਾ ਹੈਗਾ। ਸੋ ਗੁੱਡ ਵਿਸ਼ੇਸ, ਰੱਬ ਮਿਹਰ ਕਰੇ ਸਾਰਿਆਂ 'ਤੇ। ਜ਼ਿੰਦਗੀ ਦਾ ਜਿਹੜਾ ਹੈਗਾ ਕਰੀਅਰ ਬਣਾਉਣਾ ਹੈਗਾ। ਗੁੱਡ ਰਿਜ਼ਲਟਸ ਆ ਰਹੇ ਨੇ। ਸਟੱਡੀ ਵੀਜ਼ਾ ਬਹੁਤ ਚੰਗਾ ਚੱਲਦਾ ਪਿਆ ਦਾ ਮਤਲਬ ਸਕਸੈਸ ਰੇਟ ਬਹੁਤ ਹਾਈ। ਟੂਰਿਸਟ ਵੀਜ਼ਾ ਵੀ, ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ, ਸਕਸੈਸ ਰੇਟ ਬਹੁਤ ਹੀ ਚੰਗਾ, ਬਹੁਤ ਅੱਛਾ ਟਾਈਮ ਚੱਲਦਾ ਪਿਆ ਹੈਗਾ। ਕਿਉਂਕਿ ਸਾਡੀ ਨਿਗਾਹ ਰਹਿੰਦੀ ਹੈਗੀ ਇਹਨਾਂ ਚੀਜ਼ਾਂ ਤੇ। ਮਾਹੌਲ ਹੁੰਦਾ ਦਾ ਮਤਲਬ ਲਹਿਰ ਹੁੰਦੀ ਹੈ। ਕਈ ਵਾਰੀ ਜ਼ਿਆਦਾ ਰਿਫਿਊਜ਼ਲਾਂ, ਸਕਸੈਸ ਰੇਟ 30-40-50%। ਕਈ ਵਾਰੀ ਚੰਗੀਆਂ ਜਿਹੜਾ ਵੀਜ਼ਾ ਜਿਹੜਾ ਸਕਸੈਸ ਰੇਟ ਜ਼ਿਆਦਾ ਦਾ ਮਤਲਬ 70-80-90% ਤੱਕ ਚਲਾ ਜਾਂਦਾ ਹੈਗਾ। ਸੋ ਕਈ ਵਾਰੀ ਇਹੋ ਜਿਹਾ ਮਾਹੌਲ ਹੁੰਦਾ, ਘੱਟ ਨੰਬਰਾਂ ਵਾਲਿਆਂ ਨੂੰ ਵੀ ਵੀਜ਼ਾ ਸਕਸੈਸ ਰੇਟ ਵੱਧ, ਕਈ ਵਾਰੀ ਘੱਟ ਹੁੰਦਾ ਸਕਸੈਸ ਰੇਟ। ਸੋ ਡਿਪੈਂਡਸ। ਚੰਗਾ ਮਾਹੌਲ, ਚੰਗਾ ਸਕਸੈਸ ਰੇਟ, ਇਸ ਦੀਆਂ ਚੰਗੀ ਖਬਰ ਹੈਗੀ ਹੈ। ਔਰ ਜਨਵਰੀ ਦੀ ਐਡਮਿਸ਼ਨਸ ਚਲਦੀਆਂ ਪਈਆਂ ਹੈਗੀਆਂ ਇਸ ਵਕਤ। ਸਤੰਬਰ ਆਲਮੋਸਟ ਫਿਨਿਸ਼ ਹੋ ਗਿਆ, ਹੁਣ ਟਾਈਮ ਸ਼ਾਰਟ ਰਹਿ ਗਿਆ ਹੈਗਾ। ਲੇਕਿਨ ਜਿਨ੍ਹਾਂ ਦੀਆਂ ਫਾਈਲਾਂ ਰਹਿ ਗਈਆਂ ਹੈਗੀਆਂ ਸਬਮਿਟ ਕਰਨ ਵਾਲੀਆਂ, ਛੇਤੀ ਆਪਣੀ ਫਾਰਮੈਲਿਟੀਆਂ ਪੂਰੀਆਂ ਕਰਕੇ ਫਟਾਫਟ ਸਬਮਿਟ ਕਰ ਦੇਣੀ ਚਾਹੀਦੀ ਫਾਈਲ। ਅੰਬੈਸੀ ਦੇ ਵਿੱਚ ਲੇਟ ਨਹੀਂ ਕਰਨਾ ਚਾਹੀਦਾ, ਹਰੀ ਅਪ। ਔਰ ਜਨਵਰੀ ਵਾਸਤੇ ਵੀ ਛੇਤੀ ਐਡਮਿਸ਼ਨ ਵਾਸਤੇ ਅਪਲਾਈ ਕਰਨਾ ਹੈਗਾ, ਕਿਉਂਕਿ ਇਸ ਵਕਤ ਤਕਰੀਬਨ ਕੋਈ 7 ਮਹੀਨੇ ਹੈਗੇ ਨੇ ਜਨਵਰੀ ਦੀਆਂ ਕਲਾਸਾਂ ਸ਼ੁਰੂ ਹੋਣ ਨੂੰ। 3 ਤੋਂ 4 ਮਹੀਨੇ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਹੈ PPR ਆਉਣ ਵਾਸਤੇ, ਪਾਸਪੋਰਟ ਰਿਕੁਐਸਟ ਅੰਬੈਸੀ ਦੇ ਵਿੱਚ। ਔਰ ਤਕਰੀਬਨ 15-20 ਦਿਨ ਵਾਸਤੇ ਪਾਸਪੋਰਟ। ਸੋ 5 ਮਹੀਨੇ ਹੈਗੇ। ਆਫਰ ਲੈਟਰ ਨੂੰ ਵੀ ਟਾਈਮ ਚਾਹੀਦਾ, ਫਾਈਲ ਪ੍ਰੀਪੇਰੇਸ਼ਨ ਨੂੰ ਵੀ ਟਾਈਮ ਚਾਹੀਦਾ ਹੈਗਾ। ਸੋ ਹੁਣ ਤੋਂ ਤਿਆਰੀ ਸ਼ੁਰੂ, ਜਿੰਨੀ ਛੇਤੀ ਕਰ ਲਾਂਗੇ ਆਪਾਂ ਜਨਵਰੀ ਇਨਟੇਕ ਵਾਸਤੇ ਓਨਾ ਵਧੀਆ। ਅਤੇ ਐਡਮਿਸ਼ਨ ਵਾਸਤੇ ਛੇਤੀ ਅਪਲਾਈ ਕਰੋ ਔਰ ਫੀਸ ਵੀ ਛੇਤੀ ਭਰ ਕੇ, ਜਿਨ੍ਹਾਂ ਦੀ ਆਫਰ ਲੈਟਰ ਆ ਗਈ ਛੇਤੀ ਫੀਸ ਭਰ ਕੇ ਆਪਾਂ ਛੇਤੀ ਫਾਈਲ ਅੰਬੈਸੀ ਦੇ ਵਿੱਚ ਲਗਾ ਦਈਏ। 5.5 ਦੇ ਨਾਲ ਹੁਣ ਵੀ ਕੋਈ ਸਕਸੈਸ ਰੇਟ ਨਹੀਂ ਵੀਜ਼ਾ। ਦੁਬਾਰਾ ਅਪਲਾਈ ਕਰ ਲਓ। ਜਿਨ੍ਹਾਂ ਦੇ ਰੀਸੈਂਟਲੀ ਰਿਜ਼ਲਟ ਆਏ ਆ 5.5 ਇਨ ਐਨੀ ਮੋਡਿਊਲ ਹੈਗਾ, ਉਹ ਰੀਚੈਕਿੰਗ ਵਾਸਤੇ ਭਰਦੇ ਨੇ, ਰਾਈਟਿੰਗ ਸਪੀਕਿੰਗ ਵਾਸਤੇ। ਔਰ ਰਾਈਟਿੰਗ ਅਗਰ ਸਪੀਕਿੰਗ ਦੇ ਵਿੱਚ ਹੈਗੇ ਨੇ 5.5 ਤਾਂ ਰੀਚੈਕਿੰਗ ਦਾ ਫਾਇਦਾ ਹੋ ਜਾਂਦਾ ਹੈਗਾ। ਜਨਰਲ ਵੀ ਕਰ ਸਕਦੇ ਨੇ। ਅਗਰ ਇੱਕ ਮੋਡਿਊਲ ਵਿੱਚ ਅਕੈਡਮਿਕ ਵਿੱਚ 5.5 ਇੱਕ ਮੋਡਿਊਲ ਵਿੱਚ ਹੈਗੇ ਨੇ, ਉਸ ਦੇ ਨਾਲ ਆਪਾਂ ਐਡਮਿਸ਼ਨ ਲੈ ਲਾਂਗੇ ਕਾਲਜਾਂ ਦੇ ਵਿੱਚ। ਔਰ ਅੰਬੈਸੀ ਨੂੰ ਜਨਰਲ ਵੀ ਦੇ ਸਕਦੇ ਹੈਗੇ, ਕੋਈ ਪ੍ਰੋਬਲਮ ਨਹੀਂ। ਕਾਲਜਿਸ ਜ਼ਿਆਦਾਤਰ ਜਨਰਲ ਜਿਹੜੇ ਨੇ ਐਕਸੈਪਟ ਨਹੀਂ ਕਰਦੇ। ਸੋ ਉਹ ਜਿਹੜਾ ਆਪਣਾ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ, ਉਸ ਦੇ ਨਾਲ ਐਡਮਿਸ਼ਨ ਜਿਹੜਾ ਕਾਲਜਿਸ ਦੇ ਵਿੱਚ ਫਾਇਦਾ ਲੈ ਲਾਂਗੇ ਆਪਾਂ। ਰਿਫਿਊਜ਼ਲਸ ਵਾਲੇ ਡਰਨ ਦੀ ਜ਼ਰੂਰਤ ਨਹੀਂ। ਅਗਰ ਕੇਸ ਚੰਗਾ ਹੈਗਾ, ਪਿੱਛੇ ਕੁਛ ਟਾਈਮ ਪਹਿਲਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਤਲਬ ਸਨੂਕ ਇੱਕ ਸੌਫਟਵੇਅਰ ਹੈਗਾ, ਉਸ ਦੇ ਜ਼ਰੀਏ ਚੈਕਿੰਗ ਜਿਹੜੀ ਆਫ ਫਾਈਲਸ, ਕਿਉਂਕਿ ਬੈਕਲੌਗ ਬਹੁਤ ਜ਼ਿਆਦਾ ਸੀਗਾ, ਉਹ ਕੀਤੀ ਅੰਬੈਸੀ ਨੇ। ਔਰ ਉਸ ਦੇ ਵਿੱਚ ਕੁਝ ਐਰਰ ਹੋ ਗਏ, ਗਲਤੀਆਂ ਹੋਈਆਂ ਦਾ ਮਤਲਬ ਕਈ ਵਾਰੀ 90-95% 20% ਮਾਰਕਸ ਵਾਲਿਆਂ ਦੇ ਵੀਜ਼ਾ ਰਿਫਿਊਜ਼ ਹੋ ਗਏ। ਔਰ ਉਸ ਦੇ ਅਸੀਂ ਕੰਸਲਟੈਂਟਸ ਵਿੱਚ ਆਪਸ ਵਿੱਚ ਡਿਸਕਸ਼ਨ ਹੋਈ, ਅੰਬੈਸੀ ਨਾਲ ਡਿਸਕਸ਼ਨ ਹੋਈ ਔਰ ਦੁਬਾਰਾ ਲਾਏ ਅਤੇ ਵੀਜ਼ੇ ਲੱਗ ਗਏ ਸਾਰੇ। ਕੋਈ ਪ੍ਰੋਬਲਮ ਨਹੀਂ, ਡਰਨ ਦੀ ਜ਼ਰੂਰਤ ਨਹੀਂ। ਔਰ ਵੈਸੇ ਵੀ ਜਿਨ੍ਹਾਂ ਦੇ ਵੀ ਰਿਫਿਊਜ਼ਲਾਂ ਹੈਗੀਆਂ ਉਹ ਆਪਾਂ ਦੁਬਾਰਾ ਲਾਉਂਦੇ ਹਾਂ। ਕੋਈ ਗਲਤੀ ਕਿਸੇ ਕੰਸਲਟੈਂਟ ਤੋਂ ਹੋ ਗਈ, ਜਿੱਦਾਂ ਗ੍ਰੈਜੂਏਟ ਨੂੰ, ਕੱਲ੍ਹ ਵੀ ਮੇਰੇ ਕੋਲ ਇੱਕ ਕੇਸ ਆਇਆ ਕਿ ਜਿਹੜਾ ਕਿ ਗ੍ਰੈਜੂਏਟ ਸੀਗਾ, ਉਸ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਦੇਤਾ। ਲੇਕਿਨ ਇੱਕ ਧਿਆਨ ਦੇਣਾ, ਕਈ ਵਾਰੀ ਸਟੂਡੈਂਟ, ਉਸਨੇ ਉਹਨਾਂ ਨੂੰ ਕਹਿ ਦਿੱਤਾ, ਸਟੂਡੈਂਟ ਨੇ ਕੰਸਲਟੈਂਟ ਨੂੰ ਕਿਹਾ ਹੋਣਾ ਮੈਂ ਤਾਂ ਐਡਮਿੰਟਨ ਹੀ ਜਾਣਾ। ਹੁਣ ਉੱਥੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਬੜੇ ਘੱਟ ਨੇ। ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਹੈਗੀ ਹੈ,
ਉਸ ਦੇ ਨਾਲ ਮੇਲ ਖਾਂਦਾ ਰੈਲੇਵੈਂਟ ਪ੍ਰੋਗਰਾਮ ਚਾਹੀਦਾ ਹੈਗਾ, ਤੁਹਾਡੇ ਮਾਰਕਸ ਕਿੱਦਾਂ ਦੇ ਹੈਗੇ ਆ, ਬੜੀਆਂ ਚੀਜ਼ਾਂ 'ਤੇ ਡਿਪੈਂਡ ਕਰਕੇ ਅਸੀਂ ਪ੍ਰੋਗਰਾਮ ਚੂਜ਼ ਕਰਨਾ ਹੈਗਾ। ਅਤੇ ਜਦੋਂ ਆਪਾਂ ਅੜ ਜਾਂਗੇ ਕਿਸੇ ਗੱਲ 'ਤੇ, ਜਿੱਦ ਕਰਾਂਗੇ ਐਡਮਿੰਟਨ ਹੀ ਜਾਣਾ, ਅਤੇ ਉਹਨਾਂ ਨੇ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਦਿੱਤਾ, ਔਰ ਨੈਚੁਰਲੀ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਨੀ ਚਾਹੀਦੀ। ਪੋਸਟ ਸੈਕੰਡਰੀ ਪ੍ਰੋਗਰਾਮ ਦਾ ਮਤਲਬ ਨਹੀਂ ਬਣਦਾ, ਡਜ਼ਨਟ ਮੇਕ ਏ ਸੈਂਸ। ਸੋ ਵੀਜ਼ਾ ਅਫੀਸਰ ਨੇ ਰਿਫਿਊਜ਼ ਕਰ ਦਿੱਤਾ, ਮੇਰੇ ਕੋਲ ਆਈ ਫਿਰ, ਅਤੇ ਡੈਫੀਨੇਟਲੀ ਫਿਰ ਕਿਤੇ ਹੋਰ ਜਾਣਾ ਪੈਣਾ ਹੈਗਾ। ਹੁਣ ਕਹਿੰਦੇ ਜੀ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਭੇਜ ਦਿਓ, ਬਸ ਵੀਜ਼ਾ ਲੱਗਣਾ ਚਾਹੀਦਾ। ਸੋ ਵਾਈ ਨਾਟ ਕਿ ਉਹ ਸ਼ੁਰੂ ਦੇ ਵਿੱਚ ਹੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਕਿ ਇਹ ਸਾਰੇ ਜਿਹੜਾ ਹੈਗਾ ਵੀਜ਼ਾ ਨੂੰ ਰਿਸਕ ਵਿੱਚ ਨਹੀਂ ਲੈਣਾ, ਵੀਜ਼ਾ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਵੀਜ਼ਾ ਤਾਂ ਲੱਗਣਾ ਚਾਹੀਦਾ। ਇਹ ਆਪਣੇ ਕੰਸਲਟੈਂਟ ਨੂੰ ਪਹਿਲਾਂ ਹੀ ਕਹਿਣਾ ਚਾਹੀਦਾ ਜੀ ਵੀਜ਼ਾ ਦੇ ਵਿੱਚ ਆਪਾਂ ਰਿਸਕ ਨਹੀਂ ਲੈਣਾ, ਲੇਕਿਨ ਪ੍ਰੈਫਰੈਂਸ ਜ਼ਰੂਰ ਹੈਗੀ ਹੈ ਵੀ ਚਲੋ ਜੇ ਐਡਮਿੰਟਨ ਹੋ ਸਕੇ ਤਾਂ ਜਾਣਾ ਹੈਗਾ। ਇਸੇ ਤਰੀਕੇ ਨਾਲ ਤੁਹਾਡੇ ਕੋਈ ਰਿਸ਼ਤੇਦਾਰ ਫਰੈਂਡਸ ਕੋਈ ਰਹਿੰਦੇ ਨੇ ਕਿਤੇ ਇੱਕ ਪਰਟੀਕੂਲਰ ਥਾਂ 'ਤੇ ਜਾਣਾ ਚਾਹੁੰਦੇ ਹੈਗੇ ਆ, ਅਤੇ ਵੈਲਕਮ, ਉਹ ਤੁਸੀਂ ਦੱਸੋ ਜ਼ਰੂਰ, ਅਸੀਂ ਉਸ ਦੀ ਕੋਸ਼ਿਸ਼ ਕਰਦੇ ਹੈਗੇ ਆ ਵੀ ਉੱਥੇ ਹੀ ਤੁਹਾਨੂੰ ਪਹੁੰਚਾ ਦਈਏ। ਲੇਕਿਨ ਅਗਰ ਕੋਈ ਰੈਲੇਵੈਂਟ ਚੰਗਾ ਪ੍ਰੋਗਰਾਮ ਨਹੀਂ ਹੈਗਾ ਅਤੇ ਤੁਹਾਨੂੰ ਦੱਸਦੇ ਹੈਗੇ ਵੀ ਇੱਥੇ ਇਹ ਚੀਜ਼ ਦੀ ਪ੍ਰੋਬਲਮ ਹੈਗੀ ਹੈ, ਅਤੇ ਉਸ ਨੂੰ ਮੰਨ ਕੇ ਤੁਸੀਂ ਕੰਸਲਟੈਂਟ ਦੇ ਨਾਲ ਉਸ ਦੀ ਰਾਏ ਦੇ ਨਾਲ ਵੀ ਚੱਲੋ। ਨਾਲੇ ਇੱਕ ਚੀਜ਼ ਹੋਰ ਮੈਂ ਦੇਖਿਆ, ਕਈ ਵਾਰੀ ਸਟੂਡੈਂਟਸ ਆਪਣੇ ਆਪ, ਬੜੇ ਸਾਰੇ ਮੇਰੇ ਕੋਲ ਕੇਸ ਆਉਂਦੇ ਨੇ, ਆਪਣੇ ਆਪ ਉਹ ਕਾਲਜ ਚੂਜ਼ ਕਰ ਲਿਆ, ਕੋਰਸ ਚੂਜ਼ ਕਰ ਲਿਆ, ਅਤੇ ਆਪਣੀ ਤਰੀਕੇ ਨਾਲ ਆਪਣੇ ਸਾਰੇ ਵੀਜ਼ਾ ਦਾ ਪ੍ਰੋਸੈਸ ਕਰ ਲਿਆ, ਫਿਰ ਗਲਤੀ ਹੋਈ, ਛੋਟੀ ਜਿਹੀ ਗਲਤੀ ਦੇ ਨਾਲ ਜਿਹੜਾ ਹੈ ਪ੍ਰੋਬਲਮ ਹੋ ਜਾਂਦੀ ਹੈ, ਅਤੇ ਰਿਫਿਊਜ਼ ਹੋਏ ਅਤੇ ਮੇਰੇ ਕੋਲ ਆਉਂਦੇ ਨੇ। ਅਤੇ ਆਲਵੇਜ਼ ਚੂਜ਼ ਐਨ ਐਕਸਪਰਟ ਦਾ ਮਤਲਬ ਭਾਵੇਂ ਗੱਡੀ ਦੇ ਰਿਪੇਅਰ ਦੀ ਗੱਲ ਹੋਵੇ, ਭਾਵੇਂ ਰੇਡੀਓ, ਭਾਵੇਂ ਕੋਈ ਹੋਰ ਚੀਜ਼, ਭਾਵੇਂ ਆਪਣਾ ਜਿਹੜਾ ਮੋਬਾਈਲ ਖਰਾਬ ਹੈਗਾ, ਅਤੇ ਭਾਵੇਂ ਆਪਾਂ, ਇਹ ਤਾਂ ਖੈਰ ਕਰੀਅਰ ਦਾ, ਜ਼ਿੰਦਗੀ ਦਾ, ਬੱਚਿਆਂ ਦਾ ਸਵਾਲ ਹੈਗਾ, ਬਿਲਕੁਲ ਵੀ ਰਿਸਕ ਨਹੀਂ। ਇਸ ਤਰ੍ਹਾਂ ਡਾਕਟਰੀ ਜਿਹੜਾ ਹੈਗਾ ਉਹ ਚੰਗੇ ਡਾਕਟਰ ਨੂੰ ਦਿਖਾ ਕੇ ਦਵਾਈ ਲਈਏ, ਨਾ ਕਿ ਇੱਕ ਕਿਸੇ ਤਰ੍ਹਾਂ ਦੇ ਵੀ ਇਸ ਤਰ੍ਹਾਂ ਬਿਨਾਂ ਜਿਹੜਾ ਐਕਸਪਰਟਿਜ਼ ਵਾਲੇ ਬੰਦੇ ਤੋਂ ਦਵਾਈ ਲਵਾਂਗੇ ਤਾਂ ਫਿਰ ਪ੍ਰੋਬਲਮ। ਸੋ ਇਸ ਤਰ੍ਹਾਂ ਇਹ ਜਿਹੜਾ ਕਰੀਅਰ ਦਾ ਸਵਾਲ, ਚੂਜ਼ ਐਨ ਐਕਸਪਰਟ, ਸਮਝਦਾਰ ਸਿਆਣਾ ਕੰਸਲਟੈਂਟ ਚੂਜ਼ ਕਰਕੇ ਉਸ ਦੀ ਸਲਾਹ ਦੇ ਨਾਲ, ਕਿਉਂਕਿ ਬੜੇ ਸਾਲਾਂ ਦਾ ਨੈਚੁਰਲੀ ਕਿ ਜਿਹੜਾ ਕੋਈ ਕੰਮ ਕਰਦਾ ਹੁੰਦਾ ਇੱਕ ਪਰਟੀਕੂਲਰ ਕੰਮ, ਅਤੇ ਉਹ ਬੜੇ ਸਾਰੇ ਸਾਲਾਂ ਦਾ ਤਜਰਬਾ ਹੁੰਦਾ ਉਹਨਾਂ ਨੂੰ। ਔਰ ਕਈ ਵਾਰੀ ਵੈਬਸਾਈਟ 'ਤੇ ਵੀ ਜਿਹੜੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਉਹ ਠੀਕ ਨਹੀਂ ਹੁੰਦੀਆਂ, ਔਰ ਜਿਹੜਾ ਇਹ ਐਕਸਪਰਟਿਜ਼ ਜਿਹੜੀ ਹੈ ਉਹ ਬਹੁਤ ਮੈਟਰ ਕਰਦੀ ਹੈਗੀ ਆ। ਲੇਟੈਸਟ ਅਪਡੇਟਸ ਕਈ ਵਾਰ ਵੈਬਸਾਈਟ 'ਤੇ ਨਹੀਂ ਕੀਤੇ ਹੁੰਦੇ, ਕਾਲਜਿਸ ਨੇ ਲੇਟੈਸਟ ਅਪਡੇਟਸ ਨਹੀਂ ਕੀਤੇ ਹੁੰਦੇ, ਮੈਂਸ਼ਨ ਐਮਬੈਸੀ ਨੇ ਵੀ ਆਪਣੀ ਵੈਬਸਾਈਟ 'ਤੇ ਨਹੀਂ ਕੀਤੇ ਹੁੰਦੇ, ਟਾਈਮ ਲੱਗ ਜਾਂਦਾ ਕਈ ਵਾਰੀ ਲੇਟੈਸਟ ਅਪਡੇਟਸ ਜਿਹੜੇ ਨਵੇਂ ਰੂਲਸ ਨੂੰ ਇੰਪਲੀਮੈਂਟ ਜਿਹੜਾ ਹੈ ਉਹਨਾਂ ਨੂੰ ਅਪਡੇਟ ਕਰਨ ਲੱਗੇ। ਸੋ ਇੱਕ ਜਿਹੜੀ ਜ਼ਰੂਰੀ ਸਲਾਹ ਕਿ ਸਾਡੇ ਕੋਲ ਅਚਾਨਕ ਆ ਜਾਂਦੇ ਨੇ ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ, ਸੁਪਰ ਵੀਜ਼ਾ ਵਾਲੇ, ਕਿ 2 ਲੱਖ 3 ਲੱਖ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਤੇ, ਤੁਸੀਂ ਉਹ ਫਾਈਲ ਲਾ ਦਿਓ, ਲੇਕਿਨ 6 ਮੰਥ ਓਲਡ ਚਾਹੀਦੇ ਨੇ ਫੰਡਸ। ਜਦੋਂ ਤੁਸੀਂ ਸੋਚਿਆ ਕਿ ਬਾਹਰ ਜਾਣਾ ਹੈ ਅਤੇ ਕੰਸਲਟੈਂਟ ਚੂਜ਼ ਕਰਕੇ, ਅਤੇ ਨਾਲ ਹੀ ਆਪਣੇ ਪੈਸੇ ਜਿਹੜੇ ਹੈ ਫਿਰ ਉਸ ਹਿਸਾਬ ਨਾਲ ਬੈਂਕਸ ਦੇ ਵਿੱਚ ਜਮ੍ਹਾਂ ਕਰਾਵਾਂਗੇ, ਹੋਰ ਡਾਕੂਮੈਂਟਸ ਪ੍ਰੀਪੇਅਰ ਕਰਾਂਗੇ, ਅਤੇ ਸ਼ੁਰੂ ਦੇ ਵਿੱਚ ਹੀ ਆਪਾਂ ਘਰੇ ਕੈਸ਼ ਰੱਖਣ ਦੇ ਬਜਾਏ ਬੈਂਕ ਦੇ ਵਿੱਚ ਆਪਾਂ ਪਾ ਕੇ ਉਸ ਨੂੰ ਮੈਨੇਜ ਕਰਾਂਗੇ, ਅਤੇ ਬੈਟਰ ਹੈ ਕਿ ਉਹ ਚੰਗੇ ਰਿਜ਼ਲਟਸ ਵਾਸਤੇ ਆਪਾਂ ਉਸ ਨੂੰ ਪਹਿਲਾਂ ਹੀ ਆਪਣੇ ਕੰਸਲਟੈਂਟ ਨੂੰ ਚੂਜ਼ ਕਰਕੇ ਉਸ ਦੀ ਸਲਾਹ ਨਾਲ ਚੱਲੀਏ। ਇੱਕ ਹੋਰ ਛੋਟੀ ਜਿਹੀ ਗੱਲ ਕਿ ਕੱਲ੍ਹ ਜਿਸ ਤਰ੍ਹਾਂ ਕਿ ਇੱਕ ਕੁਝ ਦਿਨ ਪਹਿਲਾਂ ਕੋਈ ਮੇਰੇ, ਕਿਉਂਕਿ ਬੜੇ ਸਾਰੇ ਆਫਿਸ ਨੇ ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ, ਅਤੇ ਬਹੁਤ ਉੱਥੇ ਦੇ ਸਾਰੇ ਲੋਕਾਂ ਨਾਲ ਮੇਰਾ 20 ਸਾਲ ਦਾ ਜਿਹੜਾ 2003 ਤੋਂ ਕੰਪਨੀ, ਆਲਮੋਸਟ 20 ਸਾਲ ਹੋਣ ਵਾਲੇ ਨੇ, ਅਤੇ ਬਹੁਤ ਲੋਕਾਂ ਨਾਲ ਪਿਆਰ, ਹਜ਼ਾਰਾਂ ਨਹੀਂ ਲੱਖਾਂ ਨਾਲ, ਅਤੇ ਬਹੁਤ ਲੋਕਾਂ ਦੇ ਕੰਮ ਕਰਾਏ, ਬਹੁਤ ਲੋਕਾਂ ਦੇ ਵੀਜ਼ੇ ਲਗਵਾਏ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਬਹੁਤ ਵਧੀਆ ਸਰਵਿਸਿਜ਼ ਦਿੱਤੀਆਂ, ਕੇਅਰ ਕੀਤੀ। ਬੱਚਿਆਂ ਦੀ ਜ਼ਿੰਦਗੀ, ਕੈਰੀਅਰ ਦਾ ਸਵਾਲ ਹੈ, ਅਤੇ ਨੈਚੁਰਲੀ ਨਾ ਮੇਰੇ ਵੱਲੋਂ ਲਾਪਰਵਾਹੀ ਬਣਦੀ ਹੈਗੀ ਹੈ, ਅਤੇ ਨਾਲੇ ਮੈਲ ਇੰਟੈਂਸ਼ਨ ਦਾ ਮਤਲਬ ਬਦਨੀਤੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਬਚਪਨ ਤੋਂ ਹੀ ਸਿਖਾਇਆ ਓਨੈਸਟੀ ਇਜ਼ ਦਾ, ਸਿੱਖਿਆ ਕਿ ਓਨੈਸਟੀ ਇਜ਼ ਦਾ ਬੈਸਟ ਪੋਲਿਸੀ, ਗੁਰੂਆਂ ਨੇ ਸਿਖਾਇਆ, ਗੁਰਬਾਣੀ 'ਚ ਲਿਖਿਆ, ਸਾਰੇ ਧਰਮਾਂ ਦੇ ਵਿੱਚ ਇਹੀ ਚੀਜ਼ ਲਿਖੀ ਹੈਗੀ ਹੈ ਕਿ ਬੰਦਾ ਬਣ ਕੇ ਇਨਸਾਨੀਅਤ ਦਾ ਖਿਆਲ ਕਰਦੇ ਹੋਏ ਲੋਕਾਂ ਦੀ ਸੇਵਾ, ਖਿਆਲ, ਧਿਆਨ ਦੇਣਾ ਹੈ। ਤਾਂ ਤੁਸੀਂ ਦੇਖੋ ਕਿ ਮੰਦਰ, ਗੁਰਦੁਆਰੇ ਅਤੇ ਹੋਰ ਗਰੀਬਾਂ ਦੀ ਸੇਵਾ ਤਾਂ ਚਲੋ ਵੱਖਰੀ ਗੱਲ ਹੈ, ਕੋਈ ਕਰਦਾ ਕੋਈ ਨਹੀਂ ਕਰਦਾ, ਲੇਕਿਨ ਘੱਟੋ ਘੱਟ ਆਪਣੀ ਸੀਟ 'ਤੇ ਬੈਠ ਕੇ ਗਲਤ ਕੰਮ ਕਰਨੇ, ਠੱਗੀਆਂ ਮਾਰਨੀਆਂ, ਜਿਹੜਾ ਤੁਸੀਂ ਕਰ ਸਕਦੇ ਹੋ। ਜੇ ਮੈਂ ਕਹਿੰਦਾ ਕਿ ਆਪਣੀ ਸੀਟ 'ਤੇ ਕੋਈ ਵੀ ਬੰਦਾ ਪ੍ਰੋਫੈਸ਼ਨਲੀ ਕੰਮ ਕਰਦਾ ਹੈ, ਧਿਆਨ ਨਾਲ, ਚੰਗੀ ਤਰ੍ਹਾਂ ਸੇਵਾ ਸਮਝ ਕੇ, ਖਿਆਲ ਨਾਲ ਕੰਮ ਕਰਦਾ, ਭਾਵੇਂ ਆਪਣੀ ਜੈਨੂਅਨ ਜੀ ਫੀਸ ਲੈ ਲਵੇ, ਲੇਕਿਨ ਫਿਰ ਵੀ ਉਹ ਸੇਵਾ ਵਾਂਗੂ ਹੀ ਹੁੰਦਾ ਹੈ, ਕੋਈ ਦਿੱਕਤ ਨਹੀਂ, ਲੇਕਿਨ ਮਨ ਦੇ ਵਿੱਚ ਪਾਪ ਨਾ ਹੋਵੇ। ਸੋ ਅਸੀਂ ਉਸ ਚੀਜ਼ ਦਾ ਧਿਆਨ ਕਰਦੇ ਹੋਏ ਹਮੇਸ਼ਾ ਹਾਜ਼ਰ ਹੈਗੇ ਹਾਂ, ਔਰ ਤੁਸੀਂ ਸਾਡੇ ਡਿਫਰੈਂਟ ਆਫਿਸਿਸ ਦੇ ਵਿੱਚ ਜਾ ਕੇ ਆਪਣਾ ਇਹ ਜੈਨੂਅਨ
ਔਰ ਬੰਦਿਆਂ ਨੂੰ ਸਾਰਿਆਂ ਨੂੰ ਹੁੰਦਾ ਡਰ ਕੇ ਆਮ ਤੌਰ 'ਤੇ ਠੱਗੀ ਮਾਰਦੇ ਆ, ਗਲਤ ਸਲਾਹ ਦਿੰਦੇ ਨੇ। ਜਿਹੜਾ ਕੰਮ ਵੀਜ਼ਾ ਨਹੀਂ ਵੀ ਲੱਗਣ ਵਾਲਾ ਤੇ 10-20 ਹਜ਼ਾਰ ਫੀਸ ਲੈ ਲਈ, 20-50 ਹਜ਼ਾਰ ਠੱਗੀ ਮਾਰ ਲਈ, ਲੱਖ ਰੁਪਏ ਦਾ ਫਾਇਦਾ ਚੱਕ ਲਿਆ, ਦੂਜੇ ਦਾ ਨੁਕਸਾਨ ਹੋ ਗਿਆ, ਵੀਜ਼ਾ ਲੱਗਣਾ ਹੀ ਨਹੀਂ ਸੀਗਾ ਤੇ ਫਾਈਲ ਫੁੱਲ ਲਾ ਕੇ 4-6 ਮਹੀਨੇ ਬਾਅਦ ਮੋੜਤਾ ਔਰ ਉਸ ਤੋਂ ਬਾਅਦ ਰਿਫਿਊਜ਼ਲ ਹੱਥ 'ਚ ਫੜਾ ਦਿੱਤੀ। ਸੋ ਵਾਈ ਨਾਟ ਕਿ ਜੇ ਐਕਸਪਰਟ ਹੈਗੇ ਆ, ਸਾਨੂੰ ਬਹੁਤ ਵਾਰੀ ਪਤਾ ਹੁੰਦਾ ਕਿ ਕੰਮ ਨਹੀਂ ਹੋਣ ਵਾਲਾ। ਸੋ ਕੱਲ੍ਹ ਪਰਸੋਂ ਥੋੜ੍ਹੇ ਦਿਨ ਪਹਿਲਾਂ ਕੀ ਹੋਇਆ ਕਿ ਇੱਕ ਜਿਹੜਾ ਕੋਈ ਮੇਰਾ ਕਲਾਇੰਟ ਜਿਹੜਾ ਜਾਣਦੇ ਸੀਗੇ, ਬਹੁਤ ਖਾਸ ਆਪਸਦਾਰੀਆਂ ਹੁੰਦੀਆਂ ਨੇ ਸਾਰਿਆਂ ਨਾਲ, ਜਿਸ ਤਰ੍ਹਾਂ ਮੈਂ ਦੱਸਿਆ, ਉਹ ਲੁਧਿਆਣੇ ਆਫਿਸ ਗਏ ਅਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਜੀ ਸਾਨੂੰ ਦੱਸੋ ਕੀ ਕਰਨਾ, ਵਿਜ਼ਟਰ ਵੀਜ਼ਾ ਵਾਸਤੇ ਕਿੱਦਾਂ ਕਰਨਾ। ਅਤੇ ਨੈਚੁਰਲੀ ਉਹਨਾਂ ਨੇ ਕੰਪਨੀ ਪੋਲਿਸੀ ਦੇ ਮੁਤਾਬਕ ਇਹ ਕਹਿ ਦਿੱਤਾ ਕਿ ਜਿਹੜਾ ਇਹ ਸਾਰੀ ਸਰਵਿਸਿਜ਼ ਵਾਸਤੇ ਤੁਸੀਂ ਸਾਡੀ ਜੈਨੂਅਨ ਜੀ ਫੀਸ ਹੈਗੀ ਹੈ ਉਹ ਤੁਸੀਂ ਜਮ੍ਹਾਂ ਕਰਾ ਦਿਓ ਅਤੇ ਆਪਾਂ ਅੱਗੇ ਵਧੀਆ ਚੈੱਕ ਲਿਸਟ ਸਭ ਤੋਂ ਪਹਿਲਾਂ ਦੇਣੀ ਹੁੰਦੀ ਹੈ, ਚੈੱਕ ਲਿਸਟ ਕਿ ਆਹ ਡਾਕੂਮੈਂਟਸ ਚਾਹੀਦੇ ਨੇ। ਹੁਣ ਪ੍ਰੋਬਲਮ ਕੀ ਹੈ ਕਿ ਚੈੱਕ ਲਿਸਟ ਜੇ ਅਸੀਂ ਬਿਨਾਂ ਐਨਰੋਲਮੈਂਟ, ਬਿਨਾਂ ਰਜਿਸਟ੍ਰੇਸ਼ਨ, ਬਿਨਾਂ ਚਾਰਜਿਸ, ਬਿਨਾਂ ਫੀਸ ਲਿੱਤੇ ਚੈੱਕ ਲਿਸਟ ਫੜਾ ਦਿੰਦੇ ਹਾਂ ਅਤੇ ਫਿਰ ਨੈਚੁਰਲੀ ਅਗਲਾ ਜਿਹੜੇ ਕਲਾਇੰਟਸ ਫਿਰ ਅੱਗੇ ਪੁੱਛਣਗੇ ਕਿ ਇਹ ਡਾਕੂਮੈਂਟ ਕਿਵੇਂ ਤਿਆਰ ਕਰਨੇ ਆ। ਸੋ ਸਾਰਾ ਕੁਝ ਕਰਦੇ ਰਹੇ। ਹੋਇਆ ਵੀ ਇੱਕ ਕਲਾਇੰਟ ਨਾਲ 2 ਮਹੀਨੇ ਉਹਨੂੰ ਡਾਕੂਮੈਂਟ ਸਮਝਾਉਂਦੇ ਰਹੇ ਅਤੇ ਉਹਨੂੰ ਫੀਸ ਉਹਨਾਂ ਨੇ ਕਿਤੇ ਗਲਤੀ ਨਾਲ ਦੱਸੀ ਵੀ ਨਹੀਂ। ਔਰ ਫਿਰ ਜਾ ਕੇ ਜਦੋਂ ਫਾਈਲ ਲਾਉਣ ਦੀ ਤਿਆਰੀ ਹੋਈ ਅਤੇ ਉਹ ਹਾਲੇ ਥੋੜ੍ਹੀ ਜਿਹੀ ਕਸਰ ਰਹਿੰਦੀ ਸੀਗੀ ਅਤੇ ਫੀਸ ਮੰਗੀ ਅਤੇ ਉਹ ਫਿਰ ਨਾਰਾਜ਼ ਹੋ ਰਹੇ ਸੀਗੇ ਕਿ ਜੀ ਫੀਸ ਮੰਗਣ ਲੱਗ ਗਏ ਤੁਸੀਂ। ਇਸੇ ਤਰੀਕੇ ਨਾਲ ਇਹ ਜਿਹੜੀ ਚੈੱਕ ਲਿਸਟ ਦੇ ਦਈਏ, ਫਿਰ ਡਾਕੂਮੈਂਟਸ ਦੱਸ ਦਈਏ, ਫਿਰ ਅੱਗੇ ਕਰਕੇ 2 ਮਹੀਨੇ ਬਾਅਦ ਉਹਨਾਂ ਨੇ ਜਦੋਂ ਸਾਰਾ ਕੁਝ ਹੋ ਜਾਣਾ, ਬਹੁਤ ਟਾਈਮ ਲੱਗ ਜਾਣਾ ਕੰਪਨੀ ਦਾ, ਅਤੇ ਉਦੋਂ ਫਿਰ ਉਹਨਾਂ ਨੇ ਕਹਿਣਾ ਹੁਣ ਸਾਡਾ ਮੂਡ ਨਹੀਂ ਹੋਇਆਗਾ, ਹੁਣ ਮੂਡ ਕੈਂਸਲ ਹੋ ਗਿਆ। ਸੋ ਉਹ ਜਿਹੜੀ ਕੰਪਨੀ ਦੀ ਸਰਵਿਸਿਜ਼ ਨੇ, ਇੰਨੇ ਸਾਰੇ ਸਟੂਡੈਂਟ, ਇੰਨੇ ਸਾਰੇ ਸਟਾਫ ਮੈਂਬਰਸ ਔਰ ਕੰਪਨੀ ਦੇ ਬਹੁਤ ਸਾਰੇ ਖਰਚੇ, ਇੰਨਾ ਹੀ ਬਹੁਤ ਹੈਗਾ ਕਿ ਮੈਂ ਆਪਣੇ 20 ਸਾਲ ਦੇ ਕੈਰੀਅਰ ਵਿੱਚ ਔਰ ਸਾਰੀ ਜ਼ਿੰਦਗੀ ਦੇ ਵਿੱਚ ਵੈਰੀ ਅਨਫੋਰਚੂਨੇਟ ਕਿ ਸਾਰੀ ਦੁਨੀਆ 'ਚ, ਨਾਟ ਓਨਲੀ ਪੰਜਾਬ, ਨਾਟ ਓਨਲੀ ਇੰਡੀਆ, ਬਹੁਤ ਦੁਨੀਆ ਦੇ ਵਿੱਚ ਓਨੈਸਟ, ਸਿੰਸੀਅਰ, ਜੈਨੂਅਨ, ਪ੍ਰੋਫੈਸ਼ਨਲ, ਐਥੀਕਲ ਕਿ ਬਿਲਕੁਲ ਵਧੀਆ ਸਰਵਿਸਿਜ਼ ਹੋਣ, ਇਹ ਬਹੁਤ ਘੱਟ ਦੇਖਿਆ। ਔਰ ਖ਼ਾਸ ਤੌਰ 'ਤੇ ਓਨੈਸਟੀ ਦਾ ਤਾਂ ਬਹੁਤ ਟਾਰਚ ਲੈ ਕੇ ਬਹੁਤ ਧਿਆਨ ਨਾਲ ਲੱਭੀਏ, ਫਿਰ ਵੀ ਨਹੀਂ ਲੱਭਦੀ। ਸੋ ਇਹ ਪਲੀਜ਼ ਟੇਕ ਕੇਅਰ। ਅਸੀਂ ਇਹ ਸਾਰੀਆਂ ਚੀਜ਼ਾਂ ਦਾ ਮੇਰੀ ਜ਼ਿੰਮੇਵਾਰੀ, ਮੇਰੀ ਗਰੰਟੀ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਸ ਗੱਲ ਦੀ ਸਹੁੰ ਔਰ ਮੇਰੀ ਜ਼ਿੰਮੇਵਾਰੀ। ਲੇਕਿਨ ਕੰਪਨੀ ਚਲਾਉਣੀ ਹੈ ਅਤੇ ਪਾਲਿਸੀਆਂ ਕੱਢਣੀਆਂ ਪੈਣੀਆਂ, ਖਿਆਲ ਰੱਖਣਾ ਪੈਣਾ ਹੈਗਾ। ਅਤੇ ਇਸ ਕਰਕੇ ਉਹ ਜਿਹੜੇ ਕਲਾਇੰਟਸ ਸਿੱਧੀ ਜੀ ਇਹ ਕਿ ਸਾਨੂੰ ਦੇਖਣ, ਚੈੱਕ ਕਰਨ, ਜੇ ਪਸੰਦ ਆਉਂਦੇ ਆ ਠੀਕ ਹੈ, ਨਹੀਂ ਤਾਂ ਜਿਹੜਾ ਪਸੰਦ ਆਉਂਦਾ ਉੱਥੇ ਕਰ ਲਈਏ। ਲੇਕਿਨ ਜੇ ਸਾਡੀ ਕੰਪਨੀ ਪਸੰਦ ਆਉਂਦੀ ਹੈ ਅਤੇ ਸਾਡੀ ਪਾਲਿਸੀਆਂ ਨਾਲ ਕੰਮ ਕਰੀਏ ਤਾਂ ਕਿ ਬਾਕੀ ਜਿਹੜੇ ਵਿਚਾਰੇ ਫੀਸਾਂ ਵੀ ਦੇ ਕੇ ਇਹ ਨਾ ਹੋ ਕੇ, ਕਿਉਂਕਿ ਮਿਸਯੂਜ਼ ਆਫ ਸਰਵਿਸਿਜ਼ ਜਿਹੜੀ ਉਹ ਨਾ ਹੋਵੇ, ਤਾਂ ਕਿ ਅਸੀਂ ਇਹਨਾਂ ਚੱਕਰਾਂ 'ਚ ਪਏ ਰਹੀਏ ਅਤੇ ਜਿਹੜੇ ਵਿਚਾਰੇ ਜੈਨੂਅਨਲੀ ਸਰਵਿਸਿਜ਼ ਚਾਹੁੰਦੇ ਨੇ, ਜਿਹੜੇ ਵਿਚਾਰੇ ਵੀਜ਼ਾ ਵਾਸਤੇ ਤਰਸਦੇ ਪਏ ਨੇ, ਔਖੇ ਸੌਖੇ ਨੇ, ਚਾਹੁੰਦੇ ਨੇ ਕਿ ਜੈਨੂਅਨ ਵਧੀਆ ਸਰਵਿਸਿਜ਼ ਦਿੱਤੀਆਂ ਜਾਣ, ਉਹ ਜਿਹੜਾ ਹੈ ਉਹਨਾਂ ਨੂੰ ਅਸੀਂ ਵਾਂਝੇ ਨਾ ਰੱਖੀਏ, ਉਹਨਾਂ ਨੂੰ ਕਮੀ ਨਾ ਰਹੇ ਜੇ ਕੋਈ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਅਸੀਂ ਪਾਲਿਸੀਆਂ ਕੱਢਦੇ ਹੈਗੇ ਹਾਂ। ਕੰਪਨੀ ਦੇ ਡਾਇਰੈਕਟਰਸ, ਹੋਰ ਅਸੀਂ ਮੈਨੇਜਮੈਂਟ ਬੈਠਦੇ ਹਾਂ, ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ, ਨਵੀਆਂ ਪਾਲਿਸੀਆਂ, ਫੀਸਾਂ, ਇਹ ਸਾਰਾ ਬੜਾ ਕੁਝ ਕਰਦੇ ਹਾਂ। ਇਸ ਦੇ ਨਾਲ ਇੱਕ ਨਵੀਂ ਪਾਲਿਸੀ ਅਸੀਂ ਦੇਖੀ ਹੈਗੀ ਹੈ ਕਿ ਬਹੁਤ ਘੱਟ ਸਕਸੈਸ ਰੇਟ, ਜੇ ਸਕਸੈਸ ਦੇ ਚਾਂਸਿਸ ਅਗਰ ਕਿਸੇ ਦੇ ਹੈਗੇ ਨੇ, ਬਹੁਤ ਜ਼ਿਆਦਾ ਵੀਕ ਕੇਸਿਸ ਹੈਗੇ ਨੇ, ਮੰਨ ਲਓ 50%, 52% ਨੰਬਰ ਹੈਗੇ ਨੇ, ਬਹੁਤ ਨੰਬਰ ਘੱਟ ਨੇ, ਹੋਰ ਬਹੁਤ ਜ਼ਿਆਦਾ ਗੈਪ ਹੈ ਜਾਂ ਕੋਈ ਜ਼ਿਆਦਾ ਕੰਪਲੀਕੇਟਡ, ਜ਼ਿਆਦਾ ਵੀਕ ਕੇਸ ਹੈਗੇ, ਅਸੀਂ ਉਹ ਹੁਣ ਇਸ ਟਾਈਮ ਦੀ ਜਿਹੜੀ ਹੈ ਜਿਨ੍ਹਾਂ ਦੇ ਵੀਜ਼ਾ ਚਾਂਸਿਸ ਬਹੁਤ ਘੱਟ ਹੋਣਗੇ ਉਹ ਨਹੀਂ ਲੈ ਰਹੇ ਇਸ ਟਾਈਮ, ਕਿਉਂਕਿ ਕੈਨੇਡਾ ਵਾਸਤੇ ਰਸ਼ ਬਹੁਤ ਜ਼ਿਆਦਾ ਹੈਗਾ। ਔਰ ਜਿਨ੍ਹਾਂ ਦੇ ਨਹੀਂ ਲੱਗਦੇ ਵੀਜ਼ੇ, ਉਹ ਸਾਨੂੰ ਬਹੁਤ ਪਰੇਸ਼ਾਨੀ ਸਾਨੂੰ ਵੀ ਹੁੰਦੀ ਹੈ, ਨੈਚੁਰਲ ਕਲਾਇੰਟ ਨੂੰ ਵੀ ਹੁੰਦੀ ਹੈ, ਸਾਨੂੰ ਵੀ ਹੁੰਦੀ ਹੈ। ਔਰ ਫਿਰ ਜਿਹੜੀ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਉਹ ਅਸੀਂ ਨਹੀਂ ਲੈ ਰਹੇ। ਵੀ ਆਰ ਓਨਲੀ ਟੇਕਿੰਗ ਸਿਲੈਕਟਡ ਕੇਸਿਸ, ਜਿਹੜੇ ਸਹੀ ਕੇਸਿਸ ਨੇ, ਜ਼ਿਆਦਾ ਵੀਕ ਕੇਸਿਸ ਨਾ ਹੋਣ। ਆਈ ਐਮ ਇਨ ਇੰਡੀਆ ਨਾਓ, ਅਤੇ ਮੈਂ ਹੁਣ ਇੱਥੇ ਹੈਗਾ ਰੀਸੈਂਟਲੀ ਕੈਨੇਡਾ 3 ਮਹੀਨੇ ਲਾ ਕੇ, ਉੱਥੇ ਕਾਲਜਿਸ ਨਾਲ ਮੀਟਿੰਗਸ, ਐਮਬੈਸੀ ਨਾਲ ਮੀਟਿੰਗ, ਸਾਲ 'ਚ 2-3 ਮਹੀਨੇ ਉੱਥੇ ਜਾਣਾ ਮੇਰਾ ਜ਼ਰੂਰੀ ਹੁੰਦਾ, ਕਿਉਂਕਿ ਕਾਲਜਾਂ ਨਾਲ ਰਿਲੇਸ਼ਨਸ ਵਧਾਉਣ ਵਾਸਤੇ, ਆਪਸਦਾਰੀਆਂ ਕਰਨ ਵਾਸਤੇ, ਮਿਲਣਾ ਜੁਲਣਾ, ਲੇਟੈਸਟ ਅਪਡੇਟਸ ਬਾਰੇ ਗੱਲਾਂ ਬਾਤਾਂ ਕਰਨੀਆਂ, ਐਮਬੈਸੀ ਨਾਲ ਮੀਟਿੰਗਸ, ਹੋਰ ਕਈ ਤਰ੍ਹਾਂ ਦੇ ਉੱਥੇ ਜਿਹੜਾ ਹੈਗਾ ਕਾਨਫਰੰਸ ਹੁੰਦੀਆਂ ਨੇ ਕਾਲਜਿਸ ਨਾਲ। ਇਸ ਤਰ੍ਹਾਂ ਉਸ ਦੇ ਵਿੱਚ ਕਈ ਤਰ੍ਹਾਂ ਦੇ ਜਿਹੜਾ ਲੇਟੈਸਟ ਅਪਡੇਟਸ ਔਰ ਫੀਸ ਦੀ ਅਪਡੇਟਸ, ਜਿਹੜੀ ਸਟੂਡੈਂਟਸ ਦੀ ਜਿਹੜੀ ਐਲੀਜੀਬਿਲਿਟੀ ਰਿਕੁਆਇਰਮੈਂਟਸ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਦੀ ਐਮਬੈਸੀ ਦੇ ਲੇਟੈਸਟ ਅਪਡੇਟਸ ਬਾਰੇ ਜਾਣੂ ਹੋਣ ਵਾਸਤੇ ਜਾਣਾ ਹੁੰਦਾ। ਉਹ ਮੈਂ ਹੁਣ ਆ ਗਿਆ ਹੈਗਾ ਅਤੇ ਸਟੂਡੈਂਟਸ ਐਗਜ਼ਾਮਸ ਦੇ ਰਹੇ ਆ, ਜਲਦੀ ਰਿਜ਼ਲਟ ਆਏਗਾ। ਔਰ ਹੁਣ ਜਿਹੜਾ ਨਵੇਂ ਬੈਚ ਨੇ
ਜਾਣਾ ਹੋਏਗਾ ਔਰ ਮਿਲਣਗੇ। ਕੰਪਨੀ ਸੈਮੀਨਾਰ ਛੇਤੀ ਸ਼ੁਰੂ ਕਰਨ ਵਾਲੀ ਹੈਗੀ ਆ। ਆਪਾਂ ਹਰ ਸ਼ਨੀਵਾਰ ਹੁਣ ਸਵੇਰੇ, ਕਿਉਂਕਿ ਕੈਨੇਡਾ ਦੇ ਵਿੱਚ ਸੀਗੇ, ਉੱਥੇ 10-12 ਘੰਟੇ ਦਾ ਫਰਕ ਹੁੰਦਾ, ਅਤੇ ਸਵੇਰੇ 9:30 ਵਜੇ ਸੈਟਰਡੇ ਨੂੰ ਮੈਂ ਲਾਈਵ ਸੈਸ਼ਨ ਹੁੰਦਾ ਸੀ, ਹੁਣ 11 ਵਜੇ ਹੋਇਆ ਕਰੇਗਾ। ਅਤੇ ਥੈਂਕ ਯੂ ਫॉर ਬੀਇੰਗ ਇਨ ਟੱਚ ਵਿਦ ਮੀ ਫॉर ਦਿਸ ਲਾਈਵ ਸੈਸ਼ਨ। ਔਰ TV ਇੰਟਰਵਿਊਜ਼ ਬਹੁਤ ਸਾਰੇ ਹੁੰਦੇ ਨੇ ਹਰ ਬੁੱਧਵਾਰ ਰਾਤੀ 9 ਵਜੇ ਚੜ੍ਹਦੀ ਕਲਾ ਟਾਈਮ TV, ਅਤੇ ਹੋਰ ਵੀ ਵੀਰਵਾਰ ਸ਼ੁੱਕਰਵਾਰ ਕਈ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਚੈਨਲਸ ਦੇ ਉੱਪਰ ਮੇਰੇ TV ਇੰਟਰਵਿਊਜ਼ ਹੁੰਦੇ ਨੇ, ਜਿਹੜੇ 'ਤੇ ਮੈਂ ਲੇਟੈਸਟ ਅਪਡੇਟ ਸ਼ੇਅਰ ਕਰਦਾ। ਔਰ ਉਹ ਜਿਹੜੇ TV ਸੈਸ਼ਨ ਜਿਹੜੇ ਨੇ TV ਇੰਟਰਵਿਊਜ਼ ਆਪਾਂ ਅਪਲੋਡ ਕਰ ਦਿੰਦੇ ਹੈਗੇ ਆ ਫੇਸਬੁੱਕ, ਇੰਸਟਾਗ੍ਰਾਮ, YouTube 'ਤੇ। ਤੁਸੀਂ ਇਹਨਾਂ ਨੂੰ ਲਾਈਕ ਕਰਕੇ, ਸਬਸਕ੍ਰਾਈਬ ਕਰਕੇ ਔਰ ਬੀ ਇਨ ਟੱਚ ਔਰ ਲੇਟੈਸਟ ਅਪਡੇਟਸ ਦੇਖਿਆ ਕਰੋ, ਤਾਂ ਕਿ ਤੁਸੀਂ ਵੀ ਔਰ ਤੁਹਾਡੇ ਕੋਈ ਜਾਣੂ ਜਾਂ ਹੈਗੇ ਨੇ ਪੜੋਸ, ਜਾਣ ਪਛਾਣ, ਆਪਸ ਇੱਧਰ ਉੱਧਰ ਜਿਹੜੇ ਹੈਗੇ ਨੇ ਖਾਸ ਜਿਹੜੇ ਨੇ, ਉਹਨਾਂ ਨੂੰ ਇਹ ਸਾਰੀ ਜਾਣਕਾਰੀ ਦਿਆ ਕਰੋ। ਔਰ ਖਾਸ ਤੌਰ 'ਤੇ ਮੇਰੇ ਲਾਈਵ ਸੈਸ਼ਨ, ਕਿਉਂਕਿ ਬਹੁਤ ਘੱਟ ਜਿਹੜੇ ਨੇ ਕੰਸਲਟੈਂਟਸ ਇਸ ਜਿਹੜੀ ਲੇਟੈਸਟ ਅਪਡੇਟਸ ਸਾਫ ਸੁਥਰੇ 100% ਜੈਨੂਅਨ ਜਿਹੜੀਆਂ ਗੱਲਾਂ ਔਰ ਐਡਵਾਈਸ ਦਿੰਦੇ ਨੇ, ਸੋ ਤਾਂ ਕਿ ਉਹਨਾਂ ਨੂੰ ਫਾਇਦਾ ਹੋ ਸਕੇ। ਜਨਵਰੀ ਦੀ ਐਡਮਿਸ਼ਨ ਛੇਤੀ ਕਰਾ ਲਓ। ਅਗਰ ਕਿਸੇ ਦੀ ਫੀਸ ਦੀ ਅਫੋਰਡੇਬਿਲਿਟੀ ਘੱਟ ਹੈ, ਘੱਟ ਫੀਸ ਵਾਲੇ ਕਾਲਜ ਦੱਸਣਗੇ ਮੇਰੇ ਆਫਿਸ ਵਾਲੇ ਔਰ ਮੈਂ। ਔਰ ਕਿੱਥੇ ਜਾਣਾ ਚਾਹੁੰਦੇ ਹੋਗੇ, ਕੋਈ ਫਰੈਂਡ ਰਿਲੇਟਿਵ ਹੈ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਉੱਥੇ ਹੀ ਭੇਜਾਂਗੇ, ਕੋਸ਼ਿਸ਼ ਪੂਰੀ ਹੋਵੇਗੀ। ਔਰ ਫੀਸ ਕਈ ਥਾਂ 'ਤੇ ਇਹੋ ਜਿਹੀ ਜਿਹੜੇ ਪਬਲਿਕ ਕਾਲਜਿਸ ਗੌਰਮੈਂਟ ਦੇ, ਜਿੱਥੇ ਕਿ ਕੰਪਰੋਮਾਈਜ਼ ਕੋਈ ਨਹੀਂ। ਧਿਆਨ ਰੱਖਣਾ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਵੇ ਕਾਲਜ ਦੇ ਵਿੱਚ, ਉੱਥੇ ਹੀ ਪੜ੍ਹਾਈ ਕਰਨ ਵਾਸਤੇ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੀਦਾ। ਇਸ ਦੀ ਲਿਸਟ ਕਿਹੜੇ ਕਾਲਜ 'ਚ ਹੈਗਾ, ਕਿਹੜੇ 'ਚ ਨਹੀਂ ਹੈਗਾ, ਆਪਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਦੇਖ ਸਕਦੇ ਹਾਂ। ਔਰ ਪੁਰਾਣੇ ਮੇਰੇ ਲਾਈਵ ਸੈਸ਼ਨ ਦੇ ਵਿੱਚ ਕਿੱਥੇ ਜਾ ਕੇ ਦੇਖ ਸਕਦੇ ਹਾਂ ਇਹ, ਜਾਂ ਹੋਰ ਕਿਸ ਤਰ੍ਹਾਂ ਫਰਾਡ ਤੋਂ ਬਚਣਾ ਹੈਗਾ, ਕਿਹੜੇ ਕਿਹੜੇ ਟਿਪਸ ਨੇ, ਕਿਹੜੇ ਕਿਹੜੇ ਕੋਰਸਿਸ, ਕਿਹੜੇ ਕਿਹੜੇ ਕਾਲਜ ਚੰਗੇ ਨੇ, ਬੜਾ ਕੁਝ ਮੈਂ ਦੱਸਦਾ ਹੁੰਦਾ। ਤੁਸੀਂ ਪਲੀਜ਼ 5-7-10 ਪਿਛਲੇ ਜਾ ਕੇ ਲਾਈਵ ਸੈਸ਼ਨ ਜਿਹੜੇ ਨਵੇਂ ਮੇਰੇ ਨਾਲ ਜੁੜੇ ਹੁੰਦੇ ਨੇ ਉਹ ਦੇਖ ਸਕਦੇ ਨੇ, ਤਾਂ ਕਿ ਉਹਨਾਂ ਨੂੰ ਨੌਲੇਜ ਹੋ ਸਕੇ। ਕਿਊਬੈਕ ਦੇ ਜਿਹੜੇ ਹੈ ਉਸ ਦੀ ਗੱਲ ਹੁਣੇ ਕਰਾਂਗੇ, ਲੇਕਿਨ ਚੰਗਾ ਟਾਈਮ ਇਹ ਕਿ ਮਿਡ ਜੂਨ ਦੇ ਵਿੱਚ ਅੰਬੈਸੀ ਨੇ ਕਿਹਾ ਸੀਗਾ ਕਿ ਜਿਨ੍ਹਾਂ ਦੇ ਜਿਹੜੇ ਕਰੋਨਾ ਕਰਕੇ, ਜਿਨ੍ਹਾਂ ਦੇ ਇਹ ਨਵੀਂ ਪਾਲਿਸੀ ਆਈ ਕਰੋਨਾ ਕਰਕੇ, ਪਬਲਿਕ ਪਾਲਿਸੀ, ਜਿਸ ਦੇ ਵਿੱਚ ਜਿਨ੍ਹਾਂ ਦੇ ਵਰਕ ਪਰਮਿਟ ਜਿਹੜੇ 31 ਜਨਵਰੀ ਤੋਂ 31 ਦਸੰਬਰ ਤੱਕ ਐਕਸਪਾਇਰ ਹੋ ਚੁੱਕੇ ਰੀਸੈਂਟਲੀ ਜਾਂ ਹੋਣਗੇ, ਉਹਨਾਂ ਨੂੰ ਮਿਡ ਜੂਨ ਤੋਂ ਇੱਕ ਫੈਸਿਲਿਟੀ ਦਿੱਤੀ। ਐਕਸਪਾਇਰ ਹੋ ਗਿਆ ਹੈਗਾ ਤੇ ਉਹ ਰੀਨਿਊ ਕਰ ਸਕਦੇ। ਅਦਰਵਾਈਜ਼ ਵਰਕ ਪਰਮਿਟ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਪਾਇਰ ਹੋ ਜਾਏ ਤੇ ਉਹ ਰੀਨਿਊ ਨਹੀਂ ਹੁੰਦਾ। ਉਹ ਰੀਨਿਊ ਹੁੰਦਾ ਅਗਰ PR ਦੀ ਫਾਈਲ ਲੱਗੀ ਹੈ ਤਾਂ ਬ੍ਰਿਜਿੰਗ ਵਰਕ ਪਰਮਿਟ ਹੋ ਜਾਂਦਾ ਹੈ, ਜਾਂ ਹੋਰ LMI ਹੈ ਜਾਂ ਹੋਰ ਤਾਂ ਚਲੋ ਵੱਖਰੀਆਂ ਗੱਲਾਂ ਨੇ, ਲੇਕਿਨ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਹੈ ਰੀਨਿਊ ਨਹੀਂ ਹੁੰਦਾ। ਲੇਕਿਨ ਇਹ ਸਪੈਸ਼ਲ ਫੈਸਿਲਿਟੀ ਕੋਵਿਡ ਕਰਕੇ ਕਿ ਉਹਨਾਂ ਨੂੰ 1.5 ਸਾਲ ਤੱਕ ਦਾ ਅਪ ਟੂ 18 ਮੰਥਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਰੀਨਿਊ ਹੋ ਜਾਏਗਾ, ਐਕਸਟੈਂਡ ਹੋ ਜਾਏਗਾ। ਔਰ ਆਨਲਾਈਨ ਕਲਾਸਿਸ ਧਿਆਨ ਰੱਖਣਾ ਹੈਗਾ ਕਿ 31 ਅਗਸਤ ਤੱਕ ਹੀ ਅਲਾਉਡ ਹੈਗੀਆਂ ਨੇ, ਉਸ ਤੋਂ ਬਾਅਦ ਨਹੀਂ। ਆਈ ਹੋਪ ਕਿ ਬੜਾ ਘੱਟ ਚਾਂਸ ਹੈ ਕਿ ਅੰਬੈਸੀ ਹੁਣ ਇਸ ਦੀ ਇਜਾਜ਼ਤ ਦੇਗੀ। ਇੱਕ ਖਾਸ ਕਿਊਬੈਕ ਦੀ ਗੱਲ ਕਿ ਕਿਊਬੈਕ ਦੇ ਬਹੁਤ ਸਾਰੇ ਬੈਨੀਫਿਟਸ ਕਰਕੇ, ਪਿਛਲੇ 2-2.5 ਸਾਲ ਪਹਿਲਾਂ ਦੀ ਗੱਲ ਹੈਗੀ ਆ, ਉਦੋਂ ਕਿਊਬੈਕ ਦਾ ਬਹੁਤ ਜ਼ਿਆਦਾ ਰਸ ਭੀੜ ਭੜੱਕਾ ਹੋਇਆ ਸੀਗਾ। ਸਾਰਾ ਪੰਜਾਬ, ਸਾਰਾ ਇੰਡੀਆ ਕਿਊਬੈਕ ਵੱਲ ਤੁਰਿਆ ਸੀਗਾ, ਕਿਉਂਕਿ ਔਰ ਸਟੂਡੈਂਟਸ ਵੀ ਉੱਥੇ ਤੁਰੇ ਸੀਗੇ। ਕਾਲਜਿਸ ਨੇ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਕਿਊਬੈਕ ਨੂੰ ਕਿ ਕਿਊਬੈਕ ਜਾਓ, ਔਰ ਬਹੁਤ ਫਾਇਦੇ ਸੀਗੇ ਔਰ ਬਹੁਤ ਪ੍ਰਮੋਸ਼ਨ ਹੋਈ। ਔਰ ਸਟੂਡੈਂਟਸ ਨੂੰ ਵੀ ਉਸ ਪ੍ਰਮੋਸ਼ਨ ਕਰਕੇ, ਸਟੂਡੈਂਟਸ ਨੂੰ ਜਦੋਂ ਪਤਾ ਲੱਗਿਆ ਕਿ ਕਿਊਬੈਕ ਦੇ ਬਹੁਤ ਸਾਰੇ ਬੈਨੀਫਿਟ ਨੇ, ਅਤੇ ਹਰ ਸਟੂਡੈਂਟ ਬਹੁਤ ਸਾਰੇ ਕਹਿੰਦੇ ਸੀ ਅਸੀਂ ਕਿਊਬੈਕ ਜਾਣਾ। ਸਾਡੇ ਕੋਲ ਆ ਕੇ ਇਹੀ ਕਹਿੰਦੇ ਸੀ ਕਿਊਬੈਕ ਦੇ ਵਿੱਚ ਭੇਜ ਦਿਓ ਸਾਨੂੰ, ਫਲਾਣੇ ਕਾਲਜ 'ਚ ਭੇਜ ਦਿਓ, ਜਾਂ ਸਾਨੂੰ ਕਹਿੰਦੇ ਕਿਊਬੈਕ ਭੇਜ ਜਾਣਾ, ਅਤੇ ਅਸੀਂ ਕਿਊਬੈਕ ਦੇ ਕਾਲਜ ਦੀ ਲਿਸਟ ਦੱਸਦੇ ਸੀਗੇ। ਔਰ ਡੈਫੀਨੇਟਲੀ ਉਹੀ ਲਿਸਟ ਜਿਹੜੀ ਕਿ ਦੇਖੋ DLI ਉੱਥੇ ਠੀਕ ਕਾਲਜ ਕਿਹੜਾ ਹੈਗਾ ਜਿਹੜਾ ਗਲਤ ਨਹੀਂ ਹੈਗਾ, ਜਿਹੜਾ DLI ਹੋਵੇ, ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ, ਜਿਹਨੂੰ ਇੰਟਰਨੈਸ਼ਨਲ ਸਟੂਡੈਂਟਸ ਲੈਣ ਦੀ ਪਰਮਿਸ਼ਨ ਹੋਵੇ, ਉਸ ਦੀ ਲਿਸਟ ਜਿਹੜੀ ਹੈ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਹੈਗੀ, ਜਿਹੜੀ ਮੈਂ ਦੱਸੀ ਹੁਣੇ ਪਹਿਲਾਂ। ਔਰ ਫਿਰ ਕਿਹੜੇ ਕਾਲਜ ਦੇ ਵਿੱਚ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ, ਉਸ ਦੀ ਲਿਸਟ ਹੈ। ਉਹੀ ਕਾਲਜ ਵਿੱਚ ਅਸੀਂ ਭੇਜਦੇ ਰਹੇ ਹਾਂ ਸ਼ੁਰੂ ਤੋਂ। ਔਰ ਸਟੂਡੈਂਟ ਨੂੰ ਜਾਣਾ ਚਾਹੀਦਾ ਜਿੱਥੇ ਵਰਕ ਪਰਮਿਟ ਮਿਲੇ, ਜਿੱਥੇ ਨਹੀਂ ਮਿਲੇ ਉੱਥੇ ਦਿੱਕਤ ਹੋਏਗੀ ਸਟੂਡੈਂਟ ਨੂੰ। ਸੋ ਇਹ ਸਾਰੀ ਡਿਟੇਲ ਤਾਂ ਆਲਰੇਡੀ ਅੰਬੈਸੀ ਦੀ ਵੈਬਸਾਈਟ 'ਤੇ ਸੀਗੀ। ਔਰ ਅਸੀਂ ਸਟੂਡੈਂਟ ਜਿਹੜੇ ਪੁੱਛਦੇ ਸੀ ਵੀ ਠੀਕ ਕਾਲਜ ਹੈ, ਅਤੇ ਡੈਫੀਨੇਟਲੀ ਜਿਨ੍ਹਾਂ ਦੀ ਵੈਬਸਾਈਟ 'ਤੇ ਅੰਬੈਸੀ ਦੀ ਵੈਬਸਾਈਟ 'ਤੇ ਜਿਨ੍ਹਾਂ ਕਾਲਜਿਸ ਦਾ ਨਾਂ ਹੈਗਾ ਉਹ ਅਸੀਂ ਕਹਿ ਦਿੰਦੇ ਸੀ ਵੀ ਠੀਕ ਹੈਗੇ ਨੇ, ਅਸੀਂ ਭੇਜਦੇ ਸੀ, ਜਿਹੜਾ ਰეკਮੈਂਡ ਕਰ ਦਿੰਦੇ ਸੀ।
ਸੋ ਉਦੋਂ 2-3 ਸਾਲ ਪਹਿਲਾਂ ਦੀ ਜਿਹੜੀ ਗੱਲ ਕਿ ਫਾਇਦੇ ਕੀ ਸੀਗੇ, 24,000 ਦੇ ਕਰੀਬ ਮੋਸਟ ਕਾਲਜਿਸ ਮੋਸਟ ਪ੍ਰੋਗਰਾਮਸ ਦੀ ਫੀਸ 36-40 ਹਜ਼ਾਰ ਡਾਲਰ ਜਿਹੜੀ ਦੂਜੇ ਕਾਲਜਾਂ ਸੀ ਉਸ ਦੇ ਬਜਾਏ 22-24-26 ਹਜ਼ਾਰ ਡਾਲਰ, 840 ਡਾਲਰ ਪਰ ਮੰਥ ਦੇ ਸਟੂਡੈਂਟਸ ਨੂੰ ਸਕਾਲਰਸ਼ਿਪ ਜਿਨ੍ਹਾਂ ਨੇ ਫਰੈਂਚ ਕਲਾਸਿਸ ਜੁਆਇਨ ਕਰਨੀਆਂ। ਫਰੈਂਚ ਕਲਾਸਿਸ ਜਿਹੜੀਆਂ ਨੇ ਫਰੀ ਦੀਆਂ ਗੌਰਮੈਂਟ ਵੱਲੋਂ ਸੀਗੀਆਂ ਔਰ ਪੀਆਰ ਈਜ਼ੀ ਸੀਗੀ ਉੱਥੇ ਔਰ 2-3 ਦਿਨ ਕਲਾਸਾਂ ਲੱਗਦੀਆਂ ਸੀ। ਸਟੂਡੈਂਟਸ ਨੂੰ ਲਾਲਚ ਇੰਟਰਸਟ ਹੁੰਦਾ ਸੀ ਜੀ ਉਸ ਕਾਲਜ ਭੇਜੋ ਜਿੱਥੇ 2-3 ਦਿਨ ਕਲਾਸਾਂ ਸਿਰਫ ਲੱਗਣ। ਰੈਜ਼ੀਡੈਂਸ ਫ੍ਰੀ ਹੁੰਦੀ ਸੀਗੀ 15 ਦਿਨ 20 ਦਿਨ ਮਹੀਨੇ ਵਾਸਤੇ, ਕਾਲਜਿਸ ਵੱਲੋਂ ਪ੍ਰਮੋਸ਼ਨ ਸੀਗੀ। 에ਅਰਪੋਰਟ ਪਿਕਅਪ ਉਹ ਕਰਦੇ ਸੀਗੇ, ਫ੍ਰੀ ਸੀਗੀ। ਲੈਪਟਾਪ ਵੀ ਸਟੂਡੈਂਟਸ ਨੂੰ ਦੇ ਰਹੇ ਸੀਗੇ, ਹੋਰ ਬੜੇ ਸਾਰੇ ਬੈਨੀਫਿਟ ਦੇ ਰਹੇ ਸੀਗੇ ਅਤੇ ਉਹ ਸਟੂਡੈਂਟਸ ਇੰਟਰਸਟ ਲੈ ਰਹੇ ਸੀ, ਜਾ ਰਹੇ ਸੀਗੇ। ਲੇਕਿਨ ਜਦੋਂ ਗਏ ਉੱਥੇ ਭੀੜ ਜ਼ਿਆਦਾ ਹੋਈ ਅਤੇ ਅਨਫੋਰਚੂਨੇਟਲੀ ਇਹ ਪਹਿਲੀ ਵਾਰ ਹੋਇਆ 20 ਸਾਲਾਂ ਦੇ ਵਿੱਚ, ਮੇਰੇ ਕੈਰੀਅਰ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਕਿ ਹਜ਼ਾਰਾਂ ਬੱਚੇ ਭੇਜੇ ਲੇਕਿਨ ਪਹਿਲੀ ਵਾਰ ਦੇਖਿਆ ਕਿ ਇਹ ਪ੍ਰਾਈਵੇਟ ਕਾਲਜਿਸ ਨੂੰ ਵੀ ਕਿਊਬੈਕ ਗੌਰਮੈਂਟ ਨੇ ਅਥਾਰਟੀਜ਼ ਦਿੱਤੀਆਂ ਸੀ, ਕਾਨੂੰਨ ਦੇ ਮੁਤਾਬਕ ਸਭ ਕੁਝ ਅਲਾਉਡ ਕੀਤਾ ਸੀਗਾ ਔਰ ਵਰਕ ਪਰਮਿਟ ਵੀ ਦਿੱਤੇ ਸੀਗੇ ਔਰ ਵੈਬਸਾਈਟ 'ਤੇ ਵੀ ਉਹਨਾਂ ਦੇ ਚੰਗੇ ਠੀਕ ਕਾਲਜਿਸ ਦੇ ਵਿੱਚ ਉਹਨਾਂ ਦੇ ਲਿਸਟ ਦੇ ਵਿੱਚ ਨਾਮ ਸੀਗਾ। ਇਸ ਕਰਕੇ ਅਸੀਂ ਰਿਕਮੈਂਡ ਕਰਕੇ ਆਫਰ ਲੈਟਰਾਂ ਮੰਗਵਾਈਆਂ। CAQ ਉਹਨਾਂ ਕਾਲਜਿਸ ਵਾਸਤੇ CAQ ਸਰਟੀਫਿਕੇਟ ਆਫ ਐਕਸੈਪਟੈਂਸ ਫਰੋਮ ਕਿਊਬੈਕ ਗੌਰਮੈਂਟ ਔਰ ਉੱਥੋਂ CAQ ਲੈਂਦੇ ਸੀਗੇ ਔਰ ਅੱਗੇ ਜਿਹੜੀ ਹੈ ਸਟੂਡੈਂਟ ਪਰਮਿਟ ਦੀ ਫਾਈਲ ਅੰਬੈਸੀ ਵਿੱਚ ਲਾ ਕੇ ਵੀਜ਼ਾ ਲੈਂਦੇ ਸੀ। ਲੇਕਿਨ ਰਸ਼ ਬਹੁਤ ਜ਼ਿਆਦਾ ਹੋਇਆ ਔਰ ਕਾਲਜਿਸ ਨੇ ਜ਼ਿਆਦਾ ਓਵਰ ਸਬਸਕ੍ਰਾਈਬਡ ਦਾ ਮਤਲਬ ਸੀਟਾਂ ਜ਼ਿਆਦਾ 500 ਦੀ ਅਗਰ ਪਰਮਿਸ਼ਨ ਸੀ, ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਕਿਸੇ ਕਾਲਜ ਕੋਲੇ ਕਿੰਨੀਆਂ ਸੀਟਾਂ ਹੈਗੀਆਂ, ਲੇਕਿਨ ਉਹਨਾਂ ਨੇ ਜ਼ਿਆਦਾ ਬੱਚਿਆਂ ਨੂੰ ਐਡਮਿਸ਼ਨ ਦੇ ਦਿੱਤੀ। ਉਹ ਕਿਊਬੈਕ ਗੌਰਮੈਂਟ ਨੂੰ ਇਸ ਗੱਲ ਦੀ ਓਬਜੈਕਸ਼ਨ ਹੋਈ, ਉਹਨਾਂ ਨੇ ਐਮਬੈਸੀ ਨੂੰ ਕਿਹਾ, ਸਾਲ 1.5 ਸਾਲ 2 ਸਾਲ ਤੱਕ ਉਹਨਾਂ ਦੇ ਰਿਜ਼ਲਟ ਰੋਕ ਲਏ ਕਰੋਨਾ ਦੇ ਵਿੱਚ। ਉਸ ਤੋਂ ਬਾਅਦ ਜ਼ਿਆਦਾਤਰ 90-95% ਜ਼ਿਆਦਾਤਰ ਰਿਫਿਊਜ਼ਲਾਂ ਕਰ ਦਿੱਤੀਆਂ ਔਰ ਉਸ ਦੇ ਨਾਲ ਨੈਚੁਰਲੀ ਬੜੀ ਸਾਰੀ ਏਅਰਲਾਈਨ ਜਦੋਂ ਕਰੋਨਾ 'ਚ ਬੰਦ ਹੋ ਗਈਆਂ ਸੀਗੀਆਂ, ਬੜਾ ਕੁਝ ਬੰਦ ਹੋਇਆ, ਬਹੁਤ ਨੁਕਸਾਨ ਹੋਏ, ਬੜੀ ਸਾਰੀ ਬਹੁਤ ਕੰਪਨੀਆਂ ਬੰਦ ਹੋ ਗਈਆਂ। ਉਦੋਂ 3 ਕਾਲਜਿਸ ਜਿਹੜੇ ਨੇ ਉਹ ਕਾਫੀ ਘਾਟੇ 'ਚ ਚਲੇ ਗਏ ਇਹ ਵਾਲੇ, ਕਿਉਂਕਿ ਐਮਬੈਸੀ ਨੇ ਵੀਜ਼ੇ 90% ਰਿਫਿਊਜ਼ਲ ਔਰ ਲੌਂਗ ਪ੍ਰੋਸੈਸਿੰਗ ਟਾਈਮ 2-2 ਸਾਲ ਤੱਕ ਵੀਜ਼ਾ ਨਹੀਂ ਦਿੱਤਾ। ਉੱਥੇ ਪੜ੍ਹਨ ਕੋਈ ਨਹੀਂ ਗਿਆ ਔਰ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਉਹਨਾਂ ਕਾਲਜਿਸ ਨੂੰ ਪੈ ਗਏ। ਉਹਨਾਂ ਨੇ ਬੈਂਕਰਪਸੀ ਕਰ ਦਿੱਤੀ। ਇਹਦਾ ਮਤਲਬ ਇਹ ਕਿ ਉਹਨਾਂ ਨੇ ਕੋਰਟ ਦੇ ਵਿੱਚ ਇਹ ਕਹਿ ਦਿੱਤਾ ਕਿ ਜੀ ਇਹ ਸਾਡੇ ਕੋਲੇ ਅਸੀਂ ਕਿਸਮ ਦੇ ਦਿਵਾਲੀਆ ਹੋ ਗਏ। ਸੋ ਉਸ ਦੇ ਨਾਲ ਕੁਝ ਸਟੂਡੈਂਟਸ ਦੀਆਂ ਫੀਸਾਂ ਦੇ ਰਿਫੰਡ ਜਦੋਂ ਰਿਫਿਊਜ਼ਲ ਹੋਈ, ਰਿਫੰਡ ਪਾਏ ਅਤੇ ਪੰਜਾਬ ਦੇ ਇੰਡੀਆ ਦੇ ਸੈਂਕੜਾਂ ਸਟੂਡੈਂਟਸ ਦੀਆਂ ਉਹ ਫੀਸਾਂ ਰੁਕ ਗਈਆਂ, ਰਿਫੰਡ ਨਹੀਂ ਆਈ ਔਰ ਸਟੂਡੈਂਟਸ ਤਾਂ ਵਿਚਾਰੇ ਪ੍ਰੋਬਲਮ ਵਿੱਚ ਸੀਗੇ ਹੀ। ਅਤੇ ਮੈਂ ਕੰਸਲਟੈਂਟਸ ਦੇ ਟੱਚ ਵਿੱਚ ਹੈਗਾ, ਸੈਂਕੜਾਂ ਕੰਸਲਟੈਂਟਸ ਦੀ ਸਾਡੇ ਗਰੁੱਪ ਬਣੇ ਨੇ, ਸਾਡੀ ਮੀਟਿੰਗਸ ਹੋਈਆਂ, ਗੱਲਾਂ ਬਾਤਾਂ ਹੋਈਆਂ, ਵਿਚਾਰੇ ਸਾਰੇ ਬੜੇ ਪਰੇਸ਼ਾਨ, ਸਾਰਾ ਟੈਨਸ਼ਨ ਤਕਲੀਫ ਔਰ ਪਰੇਸ਼ਾਨੀ। ਔਰ ਅਸੀਂ ਕਾਲਜ ਨਾਲ ਗੱਲ ਕੀਤੀ ਅਤੇ ਉਹ ਕਹਿੰਦੇ ਜੀ ਇਹ ਸਾਨੂੰ ਤਾਂ ਹੁਣ ਘਾਟਾ ਪੈ ਗਿਆ ਅਤੇ ਕੋਰਟ ਦੇ ਵਿੱਚ ਦਿੱਤਾ ਹੋਇਆ ਹੈਗਾ ਔਰ ਉੱਥੇ ਹੋਰ ਵੀ ਜਿੰਨੇ ਵੀ ਕੰਸਰਨਡ ਅਥਾਰਟੀਜ਼ ਸੀਗੀਆਂ ਅਸੀਂ ਗੱਲਬਾਤ ਕੀਤੀ ਔਰ ਕੋਸ਼ਿਸ਼ ਕਰਦੇ ਪਏ ਹੈਗੇ ਆ ਔਰ ਉਹ ਕਾਲਜਿਸ ਜਿਹੜੇ ਸੀਗੇ ਉਹ ਫਿਰ ਉਹਨਾਂ ਨੇ ਵੇਚਣ 'ਤੇ ਲਾਏ, ਕਿਸੇ ਹੋਰ ਪਾਰਟੀ ਨੇ ਲੈ ਵੀ ਲਏ, ਖਰੀਦ ਵੀ ਲਏ ਔਰ ਉਹ ਪ੍ਰੋਸੈਸ ਚੱਲਦਾ ਪਿਆ ਹੈਗਾ। ਜਦੋਂ 1-2 ਮਹੀਨੇ ਦੇ ਵਿੱਚ ਪ੍ਰੋਸੈਸ ਪੂਰਾ ਹੋ ਜਾਣਾ ਹੈਗਾ ਅਤੇ ਉਹਨਾਂ ਨੇ ਜਿਹੜੇ ਖਰੀਦਣ ਵਾਲੇ ਪੈਸੇ ਜਿਹੜੇ ਆ, ਜਿਹੜੀ ਪਾਰਟੀ ਨੇ ਖਰੀਦਿਆ ਉਹਨਾਂ ਨੇ ਖਰੀਦੇ ਹੋਏ ਪੈਸੇ ਜਿਹੜੇ ਆ ਉਹ ਦੇ ਦੇਣੇ ਹੈਗੇ ਕੋਰਟ ਨੂੰ। ਕੋਰਟ ਨੇ ਜਿਹੜਾ ਜਿਨ੍ਹਾਂ ਦੇ ਵੀ ਪੈਸੇ ਦੇਣੇ ਹੈਗੇ ਆ ਉਹਨਾਂ ਦੇ ਪੈਸੇ ਮੋੜਨੇ ਹੈਗੇ। ਕੁਝ ਟਾਈਮ ਲੱਗੂਗਾ ਲੇਕਿਨ ਕੁਝ ਸਟੂਡੈਂਟਸ ਜਿਹੜੇ ਨੇ ਉਹ ਬਲੇਮ ਕਰਦੇ ਹੈਗੇ ਨੇ ਪੰਜਾਬ ਇੰਡੀਆ ਦੇ ਵਿੱਚ ਕਿ ਸ਼ਾਇਦ ਕੰਸਲਟੈਂਟਸ ਨੇ ਦੇ ਕਸੂਰ ਹੈਗਾ ਜਾਂ ਕੁਛ ਹੈਗਾ। ਜਿਨ੍ਹਾਂ ਸਟੂਡੈਂਟਸ ਦੀ ਫੀਸਾਂ ਉਹਨਾਂ ਦੇ ਅਕਾਊਂਟ ਤੋਂ ਕੰਸਲਟੈਂਟ ਨੇ ਨਹੀਂ ਲਈ, ਜਿੱਥੇ ਫੀਸ ਉਹਨਾਂ ਦੀ ਗਈ ਹੈਗੀ ਹੈ, ਜਿੱਥੋਂ ਉਹਨਾਂ ਨੂੰ ਰਸੀਦ ਮਿਲੀ ਹੈਗੀ ਹੈ, ਜਿੱਥੇ ਫੀਸ ਕਾਲਜ ਦੇ ਵਿੱਚ ਅਗਰ ਗਈ ਹੈ ਕਾਲਜ ਉਸ ਦਾ ਜ਼ਿੰਮੇਵਾਰ ਹੈ ਔਰ ਕੰਸਲਟੈਂਟ ਜਿਹੜੇ ਉਹਨਾਂ ਨੇ ਵਿਚਾਰਿਆਂ ਨੇ 2-2.5 ਸਾਲ ਤੁਹਾਡੀ ਕੋਸ਼ਿਸ਼ ਕੀਤੀ, ਧਿਆਨ ਦਿੱਤਾ, ਖਿਆਲ ਕੀਤਾ, ਫਾਈਲ ਦੇ ਉੱਪਰ ਵੀਜ਼ਾ ਲੈਣ ਦੀ ਵੀ ਕੋਸ਼ਿਸ਼ ਕੀਤੀ। ਫੀਸਾਂ ਵੀ ਕੋਈ ਕਈਆਂ ਨੇ ਨਹੀਂ ਲਿੱਤੀਆਂ, ਕਈਆਂ ਨੇ 10-20 ਹਜ਼ਾਰ ਕੋਈ ਲਿੱਤੀ ਹੋਣੀ ਆ, ਲੇਕਿਨ ਇੰਨੇ ਲੰਬੇ ਟਾਈਮ ਤੱਕ ਇੰਨੀ ਸਾਰੀ ਸਰਵਿਸਿਜ਼ ਕੇਅਰ ਔਰ ਜਿਹੜੀ ਅਪਡੇਟਸ ਅੰਬੈਸੀ ਨਾਲ ਗੱਲਬਾਤ ਕਰਨੀ, ਕਾਲਜ ਨਾਲ ਬਾਰ-ਬਾਰ ਗੱਲ ਕਰਨੀ, ਸਟੂਡੈਂਟਸ ਨਾਲ ਬਾਰ-ਬਾਰ ਗੱਲ ਕਰਨੀ, 2-2.5 ਸਾਲ ਬਾਅਦ ਰਿਫਿਊਜ਼ਲ, ਫਿਰ ਰਿਫੰਡ ਪਾਉਣਾ ਔਰ ਰਿਫੰਡ ਤੋਂ ਬਾਅਦ ਇਹ ਤਕਲੀਫਾਂ ਔਰ ਹੁਣ ਬੱਚਿਆਂ ਦੇ ਨਾਲ ਰੂਬਰੂ ਹੋਣਾ, ਗੱਲਬਾਤ ਕਰਨਾ, ਉਹ ਸਾਰੀਆਂ ਤਕਲੀਫਾਂ ਕੰਸਲਟੈਂਟਸ ਨੂੰ ਬਲਕਿ ਝੱਲਣੀਆਂ ਪਈਆਂ। ਉਹਨਾਂ ਦਾ ਕਸੂਰ ਕੋਈ ਨਹੀਂ ਹੈਗਾ। ਇਸ ਗੱਲ ਦੀ ਮੇਰੇ ਵੱਲੋਂ ਜ਼ਿੰਮੇਵਾਰੀ, ਗਰੰਟੀ ਔਰ ਇਸ ਗੱਲ ਦੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਸਹੁੰ
ਸੋ ਉਹ ਜਿਹੜਾ ਹੈ ਕੰਸਲਟੈਂਟਸ ਨਾਲ ਸਾਰੇ ਸਟੂਡੈਂਟਸ ਕੋਆਪਰੇਟ ਕਰਨ, ਔਰ ਤਾਂ ਕਿ ਕੰਸਲਟੈਂਟਸ ਜਿਹੜੇ ਨੇ ਸਾਡੀ ਜਿਹੜੇ ਗਰੁੱਪ ਹੈਗੇ ਨੇ ਉਹ ਅਸੀਂ ਕਾਲਜ ਦੇ ਨਾਲ ਗੱਲਬਾਤ ਕਰਦੇ ਪਏ ਹੈਗੇ ਆ, ਔਰ ਕੁਛ ਨਾ ਕੁਛ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਪਏ ਆ, ਰਿਫੰਡ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਪਏ ਆ। ਆਈ ਐਮ ਹਾਈਲੀ ਹੋਪਫੁਲ, ਰੱਬ ਮਿਹਰ ਕਰੇਗਾ ਔਰ ਫੰਡ ਵੀ ਆਉਣਗੇ, ਸਟੂਡੈਂਟਸ ਨੂੰ ਪੈਸੇ ਵੀ ਮਿਲਣਗੇ, ਬਹੁਤ ਜ਼ਿਆਦਾ ਚਾਂਸਿਸ ਨੇ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਲੱਗਦੀ ਪਈ। ਲੇਕਿਨ ਸਟੂਡੈਂਟਸ ਨੂੰ ਵੀ ਹੌਸਲਾ ਔਰ ਕੋਆਪਰੇਸ਼ਨ ਕੰਸਲਟੈਂਟਸ ਦੇ ਨਾਲ ਮਿਲ ਜੁਲ ਕੇ ਹੌਸਲਾ ਰੱਖਣ ਔਰ ਕੋਆਪਰੇਸ਼ਨ ਕਰਨ। ਔਰ ਅਗਰ ਕਿਤੇ ਉੱਥੇ ਕੈਨੇਡਾ ਦੇ ਵਿੱਚ ਕੋਈ ਗੱਲਬਾਤ ਔਰ ਉੱਥੇ ਕਿਸੇ ਤਰ੍ਹਾਂ ਦੇ ਕੋਈ ਕੁਛ ਕਰਨਾ ਪੈਂਦਾ ਹੈਗਾ, ਕੋਰਟ ਨੂੰ ਕੋਈ ਰਿਕੁਐਸਟ ਦੇਣੀ ਪੈਂਦੀ ਹੈਗਾ ਜਾਂ ਕੋਈ ਹੋਰ ਕੰਮ ਕਰਨਾ ਪੈਂਦਾ, ਉਹ ਆਪਣੇ ਕੰਸਲਟੈਂਟਸ ਦੇ ਨਾਲ ਕੋਆਪਰੇਟ ਕਰਕੇ ਰਲ ਮਿਲ ਕੇ ਕੰਮ ਕੀਤਾ ਜਾਏ ਤਾਂ ਕਿ ਇਸ ਪ੍ਰੋਬਲਮ ਵਿੱਚੋਂ ਬਾਹਰ ਆ ਸਕੀਏ ਆਪਾਂ। ਸੋ ਆਪਾਂ ਤੇ ਪਾਇਨੀਅਰ ਇਮੀਗ੍ਰੇਸ਼ਨ ਡਾਕਟਰ ਰਵੀ ਗਰਗ, ਮੈਂ ਔਰ ਮੇਰੀ ਕੰਪਨੀ 100% ਸਟੂਡੈਂਟਸ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਹੈ ਕੈਰੀਅਰ ਦਾ ਸਵਾਲ, ਜ਼ਿੰਦਗੀ ਦਾ ਸਵਾਲ ਬਹੁਤ ਧਿਆਨ ਹੈਗਾ। ਉਹੀ ਕਿ ਫਰਜ਼ ਤਾਂ ਹੈਗਾ ਹੀ ਆ, ਲੇਕਿਨ ਸਮਾਜ ਸੇਵਾ ਅਗਰ ਖਿਆਲ ਨਾਲ ਦਿਲੋਂ ਸਾਫ਼ ਦਿਲ ਨਾਲ ਅਸੀਂ ਕੰਮ ਕਰਦੇ ਹੈਗੇ ਹਾਂ। ਔਰ ਇਸ ਦੇ ਨਾਲ ਹੀ ਇੱਕ ਜਿਹੜੇ ਮੇਰੇ ਬਹੁਤ ਸਾਰੇ ਜੁੜੇ ਹੁੰਦੇ ਨੇ ਗੱਲਬਾਤ ਕਿ ਜਿਹੜੇ ਮੈਂ ਚੈੱਕਲਿਸਟ ਦੀ ਗੱਲ ਕੀਤੀ ਸੀਗੀ, ਉਸਨੇ ਚੈੱਕਲਿਸਟ ਮੰਗੀ ਕਲਾਇੰਟ ਨੇ, ਔਰ ਸਟਾਫ ਨੇ ਇਹ ਕਹਿ ਦਿੱਤਾ ਕਿ ਜੀ ਸਾਡੀ ਪੋਲਿਸੀ ਹੈਗੀ ਹੈ, ਤੁਸੀਂ ਅਗਰ ਸੋਚ ਲਓ ਅਗਰ ਸਾਡੇ ਕੋਲੋਂ ਕੰਮ ਕਰਾਉਣਾ ਫੀਸ ਜਮ੍ਹਾਂ ਕਰਾਓ ਤਾਂ ਕਿ ਆਪਾਂ ਅੱਗੇ ਕੰਮ ਵਧਾਈਏ। ਤੇ ਉਹ ਕਹਿੰਦੇ ਜੀ ਡਾਕਟਰ ਰਵੀ ਗਰਗ ਜੀ ਪਰਸਨਲੀ ਨੋਨ ਟੂ ਮੀ, ਉਸ ਦੇ ਨਾਲ ਮਿਸਬਿਹੇਵ ਕੀਤਾ ਕਾਫੀ, ਕਿ ਤੁਹਾਡੀ ਹਿੰਮਤ ਕਿਵੇਂ ਪਈ। ਉਹ ਚੀਜ਼ ਠੀਕ ਨਹੀਂ ਹੈ। ਸਮਾਜ ਦੇ ਵਿੱਚ ਕਦੇ ਵੀ ਕਿਸੇ ਨੂੰ ਵੀ, ਉਸ ਕੁੜੀ ਵਿਚਾਰੀ ਰੋਣ ਲੱਗ ਗਈ, ਮੈਨੂੰ ਕਹਿੰਦੀ ਸਰ ਕਿ ਤੁਹਾਡੇ ਜਿਹੜੇ ਜਾਣਕਾਰ ਹੁੰਦੇ ਨੇ ਨਾ ਜੀ, ਉਹ ਸਾਡੇ ਨਾਲ ਮਿਸਬਿਹੇਵ ਕਰਦੇ ਨੇ। ਦਿਸ ਇਜ਼ ਨਾਟ ਗੁੱਡ, ਦਿਸ ਇਜ਼ ਬਰਦਾਸ਼ਤ ਦੇ ਵਿੱਚ ਵੀ ਨਹੀਂ ਹੈਗਾ। ਚਾਹੇ ਮੈਂ ਹੈਗਾ, ਚਾਹੇ ਮੇਰਾ ਸਟਾਫ ਹੈਗਾ, ਚਾਹੇ ਦੁਨੀਆ ਦਾ ਕੋਈ ਵੀ ਬੰਦਾ ਹੈਗਾ, ਉਸ ਨੂੰ ਕਿਸੇ ਨਾਲ ਵੀ ਮਿਸਬਿਹੇਵ ਨਹੀਂ ਕਰਨਾ ਚਾਹੀਦਾ, ਖਿਆਲ ਰੱਖਣਾ ਚਾਹੀਦਾ। ਆਪਾਂ ਬੰਦੇ ਹੈਗੇ, ਇਨਸਾਨ ਹੈਗੇ, ਇਨਸਾਨੀਅਤ ਦਾ ਧਿਆਨ ਰੱਖਣਾ ਚਾਹੀਦਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਕਿਸੇ ਦਾ ਦਿਲ ਦੁਖੇ। ਸੋ ਟੇਕ ਕੇਅਰ ਆਫ ਦਿਸ ਐਂਡ ਕੰਪਨੀ ਪਾਲਿਸੀਆਂ 'ਤੇ ਆਪਾਂ ਨੂੰ ਧਿਆਨ ਰੱਖਣਾ ਹੀ ਪੈਣਾ। ਕੰਪਨੀ ਇੰਨਾ ਹੀ ਬਹੁਤ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ, ਓਨੈਸਟੀ ਵਗੈਰਾ ਜਿਹੜੀ ਬਾਕੀ ਚੀਜ਼ਾਂ ਦੀ ਜ਼ਿੰਮੇਵਾਰੀ, ਗਰੰਟੀ। ਔਰ ਇੱਕ ਕੰਸਲਟੈਂਟ ਆਪਣਾ ਜਦੋਂ ਚੂਜ਼ ਕਰ ਲਈਏ, ਪਹਿਲਾਂ ਤੁਸੀਂ ਦੇਖੋ ਕਿ ਅਗਰ ਤੁਹਾਡਾ ਮਨ ਮੰਨਦਾ ਠੀਕ ਰਹਿਣਗੇ, ਸਾਨੂੰ ਤਕਲੀਫ ਨਹੀਂ ਕਰਨਗੇ, ਫੇਰ ਹੀ ਚੁਣ। ਕਿਉਂਕਿ ਝੂਠੀਆਂ ਗੱਲਾਂ ਬਹੁਤ ਲੋਕ ਕਰਦੇ ਆ, ਝੂਠੇ ਕੰਸਲਟੈਂਟ, ਝੂਠੀਆਂ ਗੱਲਾਂ, ਝੂਠੇ ਵਾਅਦੇ, ਝੂਠੇ 2 ਤੇ 2 ਨੂੰ 5 ਕਹਿ ਦੇਣਗੇ, ਫਿਰ ਕਿੱਥੇ ਜਾਓਗੇ। ਅਸੀਂ 2 ਤੇ 2 ਨੂੰ 4 ਹੀ ਕਹਿਣਾ। ਕਦੇ ਵੀ ਰੱਬ ਨੂੰ ਹਾਜ਼ਰ ਮੰਨ ਕੇ ਕਦੇ ਵੀ ਕੋਈ ਗਲਤ ਗੱਲ ਨਹੀਂ ਕਰਨੀ। ਝੂਠੇ ਵਾਅਦੇ, ਝੂਠੀ ਜਿਹੜੀ ਹੈ ਮਿਸਗਾਈਡੈਂਸ ਨਹੀਂ ਦੇਣੀ। ਭਾਵੇਂ ਕੋਈ ਸਾਡੇ ਕੋਲੋਂ ਕੰਮ ਕਰਾਵੇ, ਭਾਵੇਂ ਨਾ ਕਰਾਵੇ, ਔਰ ਪੂਰਾ ਖਿਆਲ ਕਰਾਂਗੇ, ਲੇਕਿਨ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ, ਲੇਕਿਨ ਝੂਠ ਫਰੇਬ ਨਹੀਂ ਕਰਨਾ। ਸੋ ਇਹੋ ਜਿਹੇ ਲੋਕ ਜਿਹੜੇ ਕਿ ਮਿਸਗਾਈਡੈਂਸ ਕਰ ਦਿੰਦੇ, ਤੁਹਾਨੂੰ ਅਟਰੈਕਟ ਕਰ ਸਕਦੇ ਨੇ। ਅਗਰ ਤੁਸੀਂ ਉਹਨਾਂ ਦੀ ਗੱਲਾਂ 'ਚ ਆਉਂਦੇ ਹੋ, ਅਟਰੈਕਟ ਹੁੰਦੇ ਹੋ, ਤਾਂ ਠੀਕ ਹੈ, ਤੁਸੀਂ ਉੱਥੋਂ ਕਰਾਓ। ਅਗਰ ਤੁਹਾਡੀ ਜਿਹੜੇ ਲੋਕ ਇਹ ਸੱਚਾਈ ਨੂੰ ਪਸੰਦ ਕਰਦੇ ਨੇ, ਸਾਡੇ ਨਾਲ ਤੁਰਨਾ ਚਾਹੁੰਦੇ ਨੇ, ਵੈਲਕਮ ਹੈ, ਸਾਡੇ ਕੋਲ ਆਓ। ਲੇਕਿਨ ਕੰਸਲਟੈਂਟ ਉਹ ਚੂਜ਼ ਕਰੋ ਜਿੱਥੇ ਤੁਹਾਡਾ ਦਿਲ ਮੰਨਦਾ। ਇਸ ਗੱਲ ਦਾ ਧਿਆਨ, ਕਿਉਂਕਿ ਤੁਸੀਂ ਵੀ ਕਿਹੜੇ ਕਾਲਜ ਜਾਣਾ, ਕਿਹੜਾ ਕੋਰਸ ਕਰਨਾ, ਕਿਹੜਾ ਕੋਰਸ ਤੁਹਾਡੇ ਵਾਸਤੇ ਰੈਲੇਵੈਂਟ ਹੈਗਾ, ਕਿਹੜਾ ਨਹੀਂ ਹੈਗਾ, ਬੜੀਆਂ ਸਾਰੀਆਂ ਗੱਲਾਂ ਦੇਖਣੀਆਂ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇੰਨਾ ਜ਼ਿਆਦਾ ਧਿਆਨ ਔਰ ਇੰਨਾ ਜ਼ਿਆਦਾ ਤੁਸੀਂ ਸਮਝਦਾਰ ਨਹੀਂ ਹੋ ਸਕਦੇ। ਥਾਂ ਥਾਂ 'ਤੇ ਕੰਪਲੀਕੇਸ਼ਨ, ਥਾਂ ਥਾਂ 'ਤੇ ਪ੍ਰੋਬਲਮਸ। ਜਿਸ ਤਰ੍ਹਾਂ ਕਿ ਲੰਗਾਰਾ ਕਾਲਜ ਹੈਗਾ ਉੱਥੇ ਵੈਨਕੂਵਰ ਦੇ ਵਿੱਚ, ਸਾਨੂੰ ਬੜੀ ਤਕਲੀਫ ਆਈ। ਬੜੇ ਸਾਲਾਂ ਤੋਂ ਬੜੇ ਸਾਰੇ ਸਟੂਡੈਂਟਸ ਨੂੰ ਰਜਿਸਟ੍ਰੇਸ਼ਨ ਵਾਸਤੇ ਦੀ ਕੋਰਸਿਸ ਨਹੀਂ ਮਿਲਦੇ ਸੀ, ਪ੍ਰੋਬਲਮਸ ਆਈ, ਬੱਚਿਆਂ ਦੀ ਲਾਈਫ ਸਪੋਇਲ ਹੋ ਰਹੀ ਸੀਗੀ। ਅਸੀਂ ਉਹ ਹੈ ਗੌਰਮੈਂਟ ਕਾਲਜ, ਸਭ ਕੁਝ ਠੀਕ ਹੈ, ਕਿਸੇ ਨੂੰ ਵੀ ਨਹੀਂ ਪਤਾ ਅਸੀਂ ਕਿ ਇਸ ਦੇ ਵਿੱਚ ਪ੍ਰੋਬਲਮ ਹੈਗੀ ਹੈ। ਸਾਨੂੰ ਜਦੋਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ, ਅਸੀਂ ਰਿਕਮੈਂਡ ਨਹੀਂ ਕਰਦੇ ਕਿ ਬੈਟਰ ਹੈ ਬੱਚਿਆਂ ਦੇ ਫਿਊਚਰ ਖਰਾਬ ਹੋਣਗੇ, ਨਾ ਹੀ ਜਾਓ ਉੱਥੇ। ਸੋ ਇਹ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੋ ਸਕਦਾ। ਕੰਸਲਟੈਂਟ ਦੇ ਐਕਸਪਰਟਿਜ਼ ਔਰ ਐਕਸਪੀਰੀਅੰਸ ਦਾ ਫਾਇਦਾ ਲਓ, ਤੁਹਾਡੇ ਨਾਲ, ਔਰ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ। ਬਹੁਤ ਬਹੁਤ ਧੰਨਵਾਦ ਜੁੜਨ ਵਾਸਤੇ। ਸਤਿ ਸ਼੍ਰੀ ਅਕਾਲ।